कि हाँ खेती कानून रद्द करने का कोई इशारा अंदरों आया कि नहीं आया? ਅੱਜ ਤੋਂ ਓਵਰ ਮੰਨ ਗਿਆ ਵੀ ਮੈਂ ਇੱਥੋਂ ਕੱਲਾ ਮੈਂ ਕੁਝ ਨਹੀਂ ਕਰ ਸਕਦਾ, ਮੈਨੂੰ ਵੀ ਪੁੱਛ ਕੇ ਕਰਨਾ ਪਊਗਾ। ਪੁੱਛੂ ਕਿਤੋਂ? ਪ੍ਰਧਾਨ ਮੰਤਰੀ ਤੋਂ। ਸਰਕਾਰ ਕੁਝ ਦੇਣ ਨੂੰ ਤਿਆਰ ਨਹੀਂ। ਸਾਨੂੰ ਅੱਜ ਇਹ ਲਿਖਣਾ ਪੈ ਗਿਆ ਵੀ ਜੈਸ ਜਾਂ ਨੋ ਦਾ ਸਵਾਲ ਸਰਕਾਰ ਕੋਲ ਕੋਈ ਜਵਾਬ ਨਹੀਂ। ਇਹ ਵਾਪਸ ਲੈਣ ਦਾ ਫੈਸਲਾ ਅਸੀਂ ਅੱਜ ਨਹੀਂ ਲੈ ਸਕਦੇ, ਸਾਨੂੰ ਟਾਈਮ ਦਿਓ। ਜਿਹੜੀ ਸੋਚ ਸਾਨੂੰ ਮਾੜੀ ਲੱਗਦੀ ਹੈ ਉਹ ਕਰ ਦਾਂਗੇ। ਅਸੀਂ ਕਿਹਾ ਨਹੀਂ, ਸਾਨੂੰ ਤਾਂ ਸਾਰਾ ਹੀ ਮਾੜਾ ਹੈ। ਕਹਿੰਦੇ ਕੱਲਾ ਖੋਲ ਹੀ ਰਹਿ ਗਿਆ। ਅਸੀਂ ਕਿਹਾ ਖੋਲ ਨੂੰ ਵੀ ਅੱਗ ਲਾਉਣੀ ਹੈ। ਇਹ ਚੱਲਦੇ ਸੰਘਰਸ਼ ਵਿੱਚ ਕੋਈ ਵੀ ਕਿਸੇ ਦੀ ਅਪਰਿय ਘਟਨਾ ਵਾਪਰੀ ਤੇ ਉਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇ। जो जैसे होता है ना कट्टी कट्ठा निकलेगा वो निकलते नेड़े ही आ। ਕਿਉਂਕਿ ਸਰਕਾਰ ਸਾਨੂੰ ਅਜੇ ਵੀ ਸਮਝਾਈ ਜਾਂਦੇ ਸੀ ਵੀ ਹਮ ਵਾਪਸ ਨਹੀਂ ਲੈਣਗੇ, इसमें ਸੋਧਾਂ ਕਰਵਾ ਲਓ। ਕਿਸਾਨ ਭਰਾਵਾਂ ਦੁਆਰਾ ਜਾਓਗੇ ਕੀ ਉਹਨਾਂ ਨੂੰ ਜਾ ਕੇ ਕਹੋਗੇ ਕਿ ਕੀ ਅੱਜ ਦੀ ਮੀਟਿੰਗ ਵਿੱਚੋਂ ਕੀ ਕੁਝ ਲੈ ਕੇ ਆਏ ਹੋ? ਉਹਨਾਂ ਨੂੰ ਕਹਾਂਗੇ ਬੇਸ਼ੱਕਾ ਸਰਕਾਰ ਕਹਿੰਦੀ ਆ ਵੀ ਦੁਬਾਰੇ ਅਸੀਂ ਆਪਦੇ ਰਾਏ ਕਰਦੇ ਹਾਂ ਸਾਰੇ ਮੰਤਰੀ ਮੰਡਲ। ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ ਜਿਹੜਾ ਮਨ ਦੀ ਬਾਤ ਕਰਦਾ? ਮਨ ਬੜਾ ਚੰਚਲ ਹੈ, ਮਨ ਪਤਾ ਨਹੀਂ ਕਦੀ ਐਨੂੰ ਲੈ ਗਿਆ ਕਦੀ ਐਨੂੰ ਲੈ ਗਿਆ। ਵੀ ਦਿੱਲੀ ਦੇ ਵਿੱਚ ਲੱਖਾਂ ਲੋਕ ਸੜਕ ਤੇ ਸੁੱਤੇ ਪਏ ਨੇ, ਉਹਨਾਂ ਦੇ ਮਨ ਕੀ ਬਾਤ ਨਹੀਂ ਕਰਦਾ। ਉਹ ਤਾਂ ਆਪਣੇ ਮਨ ਕੀ ਬਾਤ ਕਰੂਗਾ, अडानिया अवानिया दे मन की बात करूँगा। देखिए बैठक में ज़्यादा कुछ नहीं निकला, सरकार बार बार बात को घुमाने की कोशिश कर रही थी। चाहे भी या रद्द होंगे या फिर कानून लागू होंगे, सानू उठा दिता जाऊगा जबरदस्ती। कार वालों ये गल आई आ कि ਅਸੀਂ ਉਹਦੇ ਤੇ ਆਪ ਦਾ ਕੋਈ ਡਿਸੀਜਨ ਲੈ ਕੇ ਆਵਾਂਗੇ। ਕਾਰਪੋਰੇਟ ਘਰਾਣੇ ਨੇ ਇਹਨਾਂ ਤੇ ਉਹਨਾਂ ਦਾ ਪ੍ਰੈਸ਼ਰ ਸਰਕਾਰ ਤੇ ਇੰਨਾ ਜ਼ਿਆਦਾ ਆ, ਇਸ ਕਰਕੇ ਸਰਕਾਰ ਉਹਨਾਂ ਨੂੰ ਵੀ ਰੱਖਣਾ ਚਾਹੁੰਦੀ ਹੈ, ਸਾਨੂੰ ਵੀ ਮਨਾਉਣਾ ਚਾਹੁੰਦੀ ਆ। ਅਸੀਂ ਕਾਨੂੰਨਾਂ ਸੋਧ ਨਹੀਂ ਕਰਨੀ, ਕਾਨੂੰਨ ਰੱਦ ਕਰਾਉਣੇ ਆ, ਰੱਦ ਕਰਾਉਣੇ ਆ। ਤੁਹਾਨੂੰ ਲੱਗਦਾ ਹੈ ਕਿ ਹੁਣ ਮਸਲਾ ਜ਼ਿਆਦਾ ਲੰਮਾ ਚੱਲੂਗਾ ਜਾਂ ਪਰਸੋਂ ਦੀ ਮੀਟਿੰਗ ਹੱਲ ਹੋ ਜਾਊਗਾ? ਦੇਖੋ ਨਹੀਂ ਕਹਿ ਸਕਦੇ ਪਰਸੋਂ ਦੀ ਮੀਟਿੰਗ 'ਚ ਹੱਲ ਹੋਣ ਵਾਲਾ ਨਹੀਂ, ਕਿਉਂਕਿ ਜਦੋਂ ਇਹਨਾਂ ਨੇ ਪ੍ਰਪੋਜ਼ਲਾਂ ਲਿਆਉਣੀਆਂ ਨੇ ਉਹਦੇ ਵਿੱਚ ਵੀ ਕੋਈ ਨਾ ਕੋਈ ਕਮੀ ਹੋ ਸਕਦੀ ਹੈ। ਸੋ 5 ਦਸੰਬਰ ਦੇ ਦਿਨ ਵੀ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਮੀਟਿੰਗ ਜਿਹੜੀ ਹੈਗੀ ਹੈ ਉਹ ਬੇਸਿੱਟਾ ਰਹੀ ਹੈਗੀ ਹੈ। ਹੁਣ ਇਹ ਬੈਠਕ 9 ਦਸੰਬਰ ਨੂੰ ਦੁਬਾਰਾ ਹੋਏਗੀ। ਅੱਜ ਮੰਨਿਆ ਜਾ ਰਿਹਾ ਸੀ ਕਿ ਇਸ ਬੈਠਕ ਦਾ ਕੋਈ ਸਿੱਟਾ ਜ਼ਰੂਰ ਨਿਕਲੇਗਾ ਕਿਉਂਕਿ ਸਰਕਾਰ ਦੇ ਉੱਤੇ ਪੂਰਾ ਦਬਾਅ ਸੀਗਾ, ਪਰ ਇਹ ਬੈਠਕ ਵੀ ਬੇਸਿੱਟਾ ਰਹੀ। ਮੀਟਿੰਗ ਤੇ ਮੀਟਿੰਗ ਕਾਫੀ ਮੀਟਿੰਗਾਂ ਹੁੰਦੀਆਂ ਰਹੀਆਂ। ਹੁਣ ਤਾਂ ਲੋਕ ਵੀ ਇਹ ਪੁੱਛਦੇ ਨੇ ਕਿ ਕਿਹੜੀ ਆਖਰੀ ਬੈਠਕ ਹੋਏਗੀ ਇਹਨਾਂ ਦੇ ਵਿੱਚ। ਸੋ ਅੱਜ ਕਿਸਾਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ। ਕਿਸਾਨ ਜੋ ਉਗਰਾਹਾਂ ਦੇ ਆਗੂ ਨੇ ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਨੇ ਦੱਸਿਆ ਕਿ ਕਿਹੜੀ ਆਖਰੀ ਬੈਠਕ ਹੋਏਗੀ। ਇਸ ਰਿਪੋਰਟ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿਉਂਕਿ ਉਹ ਕਿਹੜੀ ਆਖਰੀ ਬੈਠਕ ਹੋਏਗੀ ਤੇ ਉਸ ਵਿੱਚ ਕਿਸਾਨਾਂ ਦਾ ਕੀ ਐਲਾਨ ਹੋਏਗਾ ਤੇ ਉਹ ਬੈਠਕ ਕਦੋਂ ਹੋ ਸਕਦੀ ਹੈ, ਇਸ ਰਿਪੋਰਟ ਵਿੱਚ ਤੁਹਾਨੂੰ ਦਿਖਾਵਾਂਗੇ। ਲੇਕਿਨ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਜਿਹੜੀ ਬੈਠਕ ਬੇਸਿੱਟਾ ਰਹੀ ਹੈ। ਉਸ ਤੋਂ ਬਾਅਦ ਕਿਸਾਨਾਂ ਨਾਲ ਜਿਹੜੀਆਂ ਸਾਡੀਆਂ ਗੱਲਾਂ ਬਾਤਾਂ ਹੋਈਆਂ ਕਿ ਅੱਜ ਅੰਦਰ ਵਿਗਿਆਨ ਭਵਨ ਦੇ ਕੀ ਹੋਇਆ, ਕਿਸਾਨਾਂ ਨੇ ਕਿਹੜੀਆਂ ਮੰਗਾਂ ਰੱਖੀਆਂ ਤੇ ਕੇਂਦਰੀ ਮੰਤਰੀਆਂ ਦਾ ਅੱਗੋਂ ਕੀ ਰਵੱਈਆ ਰਿਹਾ, ਸੁਣਦੇ ਹਾਂ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਅੱਜ ਦੀ ਮੀਟਿੰਗ ਤੋਂ ਬੜੀ ਉਮੀਦਾਂ ਸੀਗੀਆਂ ਕਿ ਅੱਜ ਕੋਈ ਨਾ ਕੋਈ ਫੈਸਲਾ ਹੋਏਗਾ, ਕਿਉਂ ਨਹੀਂ ਫੈਸਲਾ ਹੋ ਸਕਿਆ? ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਕੌਣ ਹੈ ਜਿਹੜਾ ਮਨ ਦੀ ਬਾਤ ਕਰਦਾ? ਮਨ ਬੜਾ ਚੰਚਲ ਹੈ, ਮਨ ਪਤਾ ਨਹੀਂ ਕਦੀ ਐਨੂੰ ਲੈ ਗਿਆ ਕਦੀ ਐਨੂੰ ਲੈ ਗਿਆ। ਉਹ ਸਾਡੇ ਦਿਲ ਦੀ ਬਾਤ, ਸਾਡੇ ਦਿਲ ਦੀ ਗੱਲ ਜਿਹੜੀ ਆ ਉਹ ਨਹੀਂ ਸੁਣਦਾ। ਉਹ ਤਾਂ ਕਿਸੇ ਮੰਤਰੀਆਂ ਦੀ ਐਮਪੀਆਂ ਦੀ ਪਰਵਾਹ ਨਹੀਂ ਕਰਦਾ, ਸਾਡੀ ਉਹਨੇ ਕੀ ਕਰਨੀ। ਕੱਲ ਮਨ ਦੀ ਬਾਤ ਫਿਰ ਕਰਨਗੇ 11 ਵਜੇ ਪ੍ਰਧਾਨ ਮੰਤਰੀ। ਤੁਹਾਨੂੰ ਲੱਗਦਾ ਕਿ ਕਿਸਾਨੀ ਮੁੱਦੇ ਉੱਤੇ ਕੁਝ ਬੋਲਣਗੇ? ਇਹ ਤਾਂ ਹੁਣ ਜੀ ਉਹਨਾਂ ਨੂੰ ਜਾਣਦੇ ਆ, ਉਹੀ ਜਾਣਦੇ ਆ ਉਹਨਾਂ ਦੀ ਮਨ ਦੀ ਬਾਤ। ਮਨ 'ਚ ਕੀ ਆ ਉਹਨਾਂ ਦੀ? 9 ਤਰੀਕ ਕਿਉਂ ਫਾਈਨਲ ਕੀਤੀ ਗਈ ਦੁਬਾਰਾ ਮੀਟਿੰਗ ਲਈ? 9 ਤਰੀਕ ਨਹੀਂ ਗਈ, ਕੱਲ ਨੂੰ ਪਤਾ ਲੱਗੇਗਾ ਕਿ ਉਹ 7 ਤਰੀਕ ਨੂੰ ਕਰਦੇ ਨੇ, ਕਦੋਂ ਕਰਦੇ ਨੇ ਇਹ ਕੱਲ ਨੂੰ ਪਤਾ ਲੱਗੇਗਾ। ਤੁਸੀਂ ਹੁਣ ਤੱਕ ਦੇ ਜੇ ਆਪਾਂ ਗੱਲ ਕਰੀਏ ਅੰਦੋਲਨ ਦੇ ਵਿੱਚ ਕੁਝ ਸ਼ਰਾਰਤੀ ਅੰਸਰ ਵੀ ਆਏ ਨੇ, ਕਿ ਉਸ ਨੂੰ ਲੈ ਕੇ ਵੀ ਕੋਈ ਅੰਦਰ ਗੱਲਬਾਤ ਹੋਈ? ਬਿਲਕੁਲ, ਮੈਂ ਉੱਠਣ ਲੱਗਿਆ ਉਹ ਕਹਿਤਾ ਉਹਨਾਂ ਨੂੰ, ਮੰਤਰੀ ਜੀ ਆਹ 6 ਆਦਮੀ ਅਸੀਂ ਫੜਾਏ ਜੇ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਜੇ ਕਿਤੇ ਆਉਣ ਵਾਲੇ ਸਮੇਂ 'ਚ ਇਹ ਚੱਲਦੇ ਸੰਘਰਸ਼ ਵਿੱਚ ਕੋਈ ਵੀ ਕਿਸੇ ਦੀ ਅਪਰਿय ਘਟਨਾ ਵਾਪਰੀ ਤੇ ਉਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇ। ਸਿੱਸਾ ਸਾਹਿਬ, ਸੋਮ ਪ੍ਰਕਾਸ਼ ਜੀ ਪੰਜਾਬ ਤੋਂ ਆਉਂਦੇ ਨੇ ਮੰਤਰੀ, ਕੀ ਤੁਸੀਂ ਉਹਨਾਂ ਨਾਲ ਵੀ ਗੱਲ ਕੀਤੀ ਕਿ ਤੁਸੀਂ ਤਾਂ ਪੰਜਾਬ ਤੋਂ ਆਉਂਦੇ ਹੋ, ਤੁਸੀਂ ਤਾਂ ਘੱਟੋ ਘੱਟ ਸਾਡੇ ਬਾਰੇ ਸੋਚੋ? भाई वो मंत्री कहने था, एमपी कहने था, वो बीजेपी का सिट्टा क्या निकलना था, वो तो वही रोज रट्टा लगा रहे हैं। 3 बैठे तो पहली 3 बैठकें वैसे भी निकली और चौथी मीटिंग में कुछ हुआ तो उन्होंने ये मान लिया चर्चा में कि हमारे कानून में कमियां हैं, लेकिन वो कमियां आज फिर उन्होंने चर्चा शुरू कर दी। जब किसी बात पर कोई निर्णय पर नहीं पहुंच रही थी तो हमने ये तख्ती लिख के आगे लगा दी, भाई हम चर्चा कर चुके हैं, रोज चर्चा नहीं, हमें यस या नो का जवाब दो। उस वक्त फिर मंत्री साहब अंदर गए, उन्होंने बात करके
फिर आगे फिर बात छोड़ने के लिए अगली ਤੁਸੀਂ ਬਲਦੇਵ ਸਿੰਘ ਸਿਰਸਾ ਤੋਂ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਅੰਦਰ ਯੈਸ ਔਰ ਨੋ ਦੀਆਂ ਤੱਕੀਆਂ ਅਸੀਂ ਲਾਈਆਂ ਕਿ ਤੁਸੀਂ ਯੈਸ ਔਰ ਨੋ ਦੇ ਵਿੱਚ ਜਿਹੜੀ ਜਵਾਬ ਦਿਓ। ਤੁਸੀਂ ਸਾਨੂੰ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੀ ਇੱਕੋ ਇੱਕ ਮੰਗ ਹੈ, ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਇਸ ਤੋਂ ਇਲਾਵਾ ਸਾਡੀ ਕੋਈ ਮੰਗ ਨਹੀਂ। ਅੱਜ ਦੀ ਮੀਟਿੰਗ ਤੋਂ ਬੜੀਆਂ ਉਮੀਦਾਂ ਸਨ ਕਿ ਇਹ ਮੀਟਿੰਗ ਦੇ ਵਿੱਚੋਂ ਕੋਈ ਹੱਲ ਨਿਕਲੂਗਾ, ਪਰ ਇਹ ਮੀਟਿੰਗ ਵੀ ਬੇਸਿੱਟਾ ਰਹੀ ਹੈ। ਕੇਂਦਰ ਸਰਕਾਰ ਦੇ ਉੱਤੇ ਵੀ ਪੂਰਾ ਦਬਾਅ ਬਣਿਆ ਹੋਇਆ ਹੈ ਕਿ ਛੇਤੀ ਇਸ ਅੰਦੋਲਨ ਨੂੰ ਖਤਮ ਕੀਤਾ ਜਾਵੇ, ਕਿਉਂਕਿ ਲਗਾਤਾਰ ਕਿਸਾਨਾਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ ਸਰਹੱਦਾਂ ਦੇ ਉੱਤੇ ਵੱਧਦੀ ਜਾ ਰਹੀ ਹੈਗੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਤਸਵੀਰਾਂ ਹੈਗੀਆਂ ਨੇ ਇਹ ਵਿਗਿਆਨ ਭਵਨ ਦੀਆਂ ਨੇ। ਇਸ ਤੋਂ ਹੁਣੇ ਹੀ ਕਿਸਾਨ ਬਾਹਰ ਨਿਕਲੇ ਹੈਗੇ ਨੇ ਤੇ ਉਹਨਾਂ ਦਾ ਜਿਹੜਾ ਆ ਕੇ ਬਾਹਰ ਗੱਲ ਆਖੀ ਹੈ ਵੱਡੀ ਉਹ ਇਹ ਰਹੀ ਹੈ ਕਿ ਮੀਟਿੰਗ ਜਿਹੜੀ ਹੈਗੀ ਹੈ ਬੇਸਿੱਟਾ ਰਹੀ ਹੈ। ਤੇ ਮੈਂ ਸਰਕਾਰ ਤੋਂ ਵੀ ਜਾਣਨਾ ਚਾਹੁੰਦਾ 9 ਦਸੰਬਰ ਨੂੰ ਦੁਬਾਰਾ ਬੈਠਕ ਰੱਖੀ ਗਈ ਹੈ। मैं सतनाम जी की कोशिश करते हैं, आज जिस तरीके से बैठक हुई है लगता है कोई सीटा निकल पाया है? ये नहीं, नतीजा तो नहीं निकल पाया। जो जैसे होते हैं ना कट्टी कट्ठा निकलेगा, वो निकलते नेड़े ही आ। पीड़ा शुरू हुई ने सरकार नूं, जिस तरह कोई बच्चा होना हुंदा वा। ये लाजमी तौर पर साड़ी जित होगी। जिहड़ी मीटिंग आ वो जैस नो वाली है साड़ी 9 तरीक नूं। असीं तां 9 तरीक मन्नी आ भी 8 तरीक नूं प्रैशर होऊगा, लोग बहुत आ जाएंगे। असी कह रहे हैं सारे देश ਵਿੱਚ ਜਿਹੜੀਆਂ ਐਡਜੋਨਿੰਗ ਸਟੇਟਸ ਆ, ਜਿਸ ਤਰ੍ਹਾਂ ਅੱਜ ਪੰਜਾਬ ਨੂੰ ਬਿਲੋਂਗ ਕਰਦਾ, ਅਸੀਂ ਆਪਣੀ ਆਰਗੇਨਾਈਜੇਸ਼ਨ ਸਾਰਿਆਂ ਵੱਲੋਂ ਕਹਿ ਰਹੇ ਹਾਂ ਹਰ ਫਾਰਮ ਫੈਮਿਲੀ 'ਚੋਂ ਇੱਕ ਆਦਮੀ ਆਵੇ। 17 ਲੱਖ ਫਾਰਮ ਫੈਮਿਲੀਜ਼ ਨੇ, ਜੇ ਅੱਧੇ ਵੀ ਆ ਗਏ ਅਸੀਂ ਇਹ ਦਿੱਲੀ ਦਾ ਚਾਰ ਛਪੇਰਾ ਜਿਹੜਾ ਪ੍ਰੈਸ਼ਰ ਹੈ ਨਾ, ਜਿਹੜਾ ਤੁਸੀਂ ਸਮਝਦੇ ਆ ਵੀ ਕੋਈ ਭੰਨ ਤੋੜ ਹੋ ਜੇ ਜਾਂ ਕੁਛ ਐਸਾ ਹੋ ਜਾਵੇ, ਐਸਾ ਨਹੀਂ ਹੋਏਗਾ। ਇਹ ਜੋ ਲੋਕਾਂ ਦਾ ਹੜ੍ਹ ਆ ਨਾ ਜਿਹੜਾ ਉਹੋ ਹੀ ਮੰਗਾਂ ਨੂੰ ਮਨਾਉਂਦਾ, ਮਾਸ ਪ੍ਰੈਸ਼ਰ। ਸੋ ਸਤਨਾਮ ਸਿੰਘ ਜੀ ਦਾ ਕਹਿਣਾ ਹੈਗਾ ਕਿ ਜਿਹੜਾ ਲੋਕਾਂ ਦਾ ਹੜ੍ਹ ਹੈਗਾ ਉਹੀ ਜਿਹੜੀ ਮੰਗਾਂ ਨੂੰ ਮਨਵਾਉਂਦਾ ਹੁੰਦਾ ਹੈ। ਹੋਰ ਵੀ ਕਿਸਾਨਾਂ ਨਾਲ ਗੱਲਬਾਤ ਕਰਾਂਗੇ, ਆਓ ਚੱਲਦੇ ਹਾਂ। 9 ਤਰੀਕ ਨੂੰ ਦੁਬਾਰਾ ਮੀਟਿੰਗ ਹੋਊਗੀ। ਅਸੀਂ ਉੱਥੇ ਮੌਨ ਧਾਰ ਕੇ ਘੰਟਾ ਇੱਕ ਬੈਠੇ ਰਹੇ ਹਾਂ, ਕਿਉਂਕਿ ਸਰਕਾਰ ਸਾਨੂੰ ਅਜੇ ਵੀ ਸਮਝਾਈ ਜਾਂਦੀ ਸੀ भी हम भाई वापस नहीं लेंगे, इसमें सौदा करवा लो, ये चीज़ां करवा लो, पर हम असी मन्ने नहीं। असी क्या, असी तो 8 ਨੂੰ ਭਾਰਤ ਬੰਦ ਕਰਾਂਗੇ, 9 ਨੂੰ ਮੀਟਿੰਗ ਕਰਾਂਗੇ। ਕੀ ਲੱਗਦਾ ਕਿ ਹਾਲੇ ਤੱਕ ਕਿਉਂ ਨਹੀਂ ਸਮਝ ਸਕੀ ਸਰਕਾਰ? ਕਿਉਂਕਿ ਪਹਿਲਾਂ ਵੀ ਕੱਲ ਪਰਸੋਂ ਵੀ ਜਿਹੜੀ ਮੀਟਿੰਗ ਹੋਈ ਆ ਉਸ ਦੇ ਵਿੱਚ ਵੀ ਸਮਝਾਉਂਦੇ ਰਹੇ, ਅੱਜ ਵੀ ਸਮਝਾਉਂਦੇ ਰਹੇ। ਕੀ ਲੱਗਦਾ ਕੀ ਆ ਖਾਮੀਆਂ ਕੀ ਆ ਰਹੀਆਂ ਨੇ? ਉਹ ਕਹਿੰਦੇ ਵੀ ਅਸੀਂ ਫੈਸਲਾ ਲੈਣਾ ਸਾਰਿਆਂ ਮੰਤਰੀਆਂ ਨਾਲ, ਸਾਰੇ ਡਿਪਾਰਟਮੈਂਟਾਂ ਨਾਲ ਲੈ ਕੇ ਇਹ ਵਾਪਸ ਲੈਣ ਦਾ ਫੈਸਲਾ ਅਸੀਂ ਅੱਜ ਨਹੀਂ ਲੈ ਸਕਦੇ। ਸਾਨੂੰ ਟਾਈਮ ਦਿਓ, ਅਸੀਂ ਉਹਨਾਂ ਨੂੰ ਪਹਿਲਾਂ ਵੀ ਟਾਈਮ ਦਿੱਤਾ ਸੀ। ਇੱਕ ਸਵਾਲ ਮੇਰਾ ਲੈ ਲਓ ਲਖੋਵਾਲ ਸਾਹਿਬ, ਅੰਦਰ ਤੁਹਾਨੂੰ ਇਹ ਕਿਹਾ ਗਿਆ ਸੀਗਾ ਕਿ 7 ਤਰੀਕ ਨੂੰ ਯੈਸ ਨੋ ਲੈ ਲਓ, ਤੁਸੀਂ 9 ਤਰੀਕ ਦੇ ਰਹੇ ਹੋ। 7 ਨੂੰ ਕਹਿੰਦੇ ਸੀ ਲੈ ਲਓ, ਪਰ ਕਹਿੰਦੇ ਸੀ ਜਾਂ ਅਸੀਂ ਕੱਲ ਡੇਟ ਦੇਵਾਂਗੇ ਸ਼ਾਮ ਨੂੰ। ਅਸੀਂ ਕਿਹਾ ਤੁਸੀਂ ਚੰਗੀ ਤਰ੍ਹਾਂ ਸੋਚ ਲਓ, ਕਿਉਂਕਿ 8 ਨੂੰ ਸਾਡਾ ਬੰਦ ਸੀ, ਫਿਰ ਉਹ 8 ਕਹਿੰਦੇ ਸੀ। ਅਸੀਂ ਕਿਹਾ 8 ਨੂੰ ਸਾਡਾ ਬੰਦ, ਅਸੀਂ ਨਹੀਂ ਨਿਕਲਣਾ, ਅਸੀਂ ਸਾਰਾ ਕੁਝ ਬੰਦ ਕਰਨਾ, ਵੀ ਤੁਸੀਂ 9 ਲੈ ਲਓ, ਚੰਗੀ ਤਰ੍ਹਾਂ ਸੋਚ ਲਓ। 2-3 ਦਿਨ ਮੁੜ ਕੇ ਨਾ ਸਾਨੂੰ ਕਿ ਵੀ ਇਹ ਸੋਚੇ ਨਹੀਂ, ਸਾਰੇ ਆਪਣੇ ਮਿਨਿਸਟਰਾਂ ਨਾਲ ਸਾਰਿਆਂ ਨਾਲ ਗੱਲ ਕਰ ਲਓ। ਨਹੀਂ, ਸਾਡੇ ਕੋਲ ਇਹ ਵੀ ਖਬਰ ਆਈ ਹੈ ਕਿ ਤੁਹਾਨੂੰ ਉਹਨਾਂ ਨੇ ਇਹ ਕਿਹਾ ਕਿ 8 ਤਰੀਕ ਨੂੰ ਜਿਹੜਾ ਪ੍ਰੋਟੈਸਟ ਆ ਤੁਸੀਂ ਰੱਦ ਕਰ ਦਿਓ। ਨਹੀਂ, ਉਹਨਾਂ ਨੇ ਖਾਸ ਨਹੀਂ ਕਿਹਾ ਸੀਗਾ ਸਾਡਾ ਪ੍ਰੋਟੈਸਟ ਆ, ਅਸੀਂ ਇਹ ਗੱਲ ਹੀ ਕਹੀ। ਨਹੀਂ, 9 ਤਰੀਕ ਨੂੰ ਤੁਹਾਡੇ ਕੋਲੇ ਤੁਹਾਨੂੰ ਬੁਲਾਇਆ ਜਾਊਗਾ ਜਾਂ ਤੁਹਾਡੇ ਕੋਲ ਸੁਨੇਹਾ ਪਹੁੰਚਾਇਆ ਜਾਊਗਾ? ਨਹੀਂ, ਸਾਨੂੰ ਫੋਨ ਇੱਥੇ ਬੁਲਾਇਆ ਜਾਊ, ਫੋਨ ਕਰਕੇ ਬੁਲਾਇਆ ਜਾਊ। ਕਿੰਨੇ ਵਜੇ ਦਾ ਟਾਈਮ ਹੈ 9 ਤਰੀਕ? ਇਹ ਟਾਈਮ ਕੱਲ ਜਾਂ ਪਰਸੋਂ ਸਾਨੂੰ ਦੇ ਦੇਣਗੇ। ਇਹ ਤਾਂ ਨਹੀਂ ਕਿ 9 ਤਰੀਕ ਤੋਂ ਪਹਿਲਾਂ ਤੁਹਾਨੂੰ ਸੱਦ ਕੇ ਤੁਹਾਨੂੰ ਫੈਸਲਾ ਦੇ ਦਿੱਤਾ ਜਾਊਗਾ? ਇਹ ਵੀ ਹੈ ਨਹੀਂ, ਇਹ ਜੀ ਕੋਈ ਗੱਲ ਨਹੀਂ। 9 ਤਰੀਕ ਤੋਂ ਪਹਿਲਾਂ ਤੁਹਾਨੂੰ ਨਹੀਂ ਸੱਦਿਆ ਜਾਊਗਾ? ਨਹੀਂ, ਜਦ ਤੁਸੀਂ ਹੁਣ ਆਪਦਾ ਮੰਥਨ ਉੱਥੇ ਜਾ ਕੇ ਕਰੋਗੇ, ਸਿੰਘੂ ਬਾਰਡਰ ਜਾ ਕੇ? ਅਸੀਂ ਉੱਥੇ ਜਾਵਾਂਗੇ। ਅੱਜ ਕਰੋਗੇ, ਕੱਲ ਕਰੋਗੇ? ਉੱਥੇ ਪੱਕੇ ਤੌਰ ਤੇ ਬੈਠੇ ਆ। ਜਦ ਜਿੰਨਾ ਚਿਰ ਸਮੱਸਿਆ ਦਾ ਹੱਲ ਨਹੀਂ। ਤੁਸੀਂ ਉੱਥੇ ਲੋਕਾਂ ਨੂੰ ਜਾ ਕੇ ਕੀ ਦੱਸੋਗੇ ਜਿਹੜੇ ਲੋਕ ਉੱਥੇ ਬੈਠੇ ਹੋਏ? ਨਹੀਂ, ਲੋਕਾਂ ਨੂੰ ਤਾਂ ਇਹੀ ਦੱਸਾਂਗੇ ਜਾ ਕੇ ਵੀ ਅਸੀਂ ਕੋਸ਼ਿਸ਼ ਕੀਤੀ ਸੀ, ਸਾਨੂੰ ਉਹ ਸਮਝਾਈ ਗਏ। ਅਸੀਂ ਫਿਰ ਮੌਨ ਧਾਰ ਲਿਆ 1 ਘੰਟਾ, ਫਿਰ ਅਸੀਂ ਫਾਈਲਾਂ ਤੇ ਵੀ ਲਿਖ ਲਿਆ ਜੈਸ ਜਾਂ ਨੋ ਕਰੋ। ਅਸੀਂ ਚੁੱਪ ਕਰਕੇ ਬੈਠ ਕੇ ਕੋਈ ਨਹੀਂ ਬੋਲਿਆ 1 ਘੰਟਾ। ਤੇ ਇਸ ਤਰ੍ਹਾਂ ਉਹ ਸਾਨੂੰ ਤੋੜਨਾ ਚਾਹੁੰਦੇ ਸੀ ਵੀ ਇਹ ਵਾਕਆਊਟ ਕਰ ਜਾਣ। ਅਸੀਂ ਵਾਕਆਊਟ ਨਹੀਂ ਕਰਾਂਗੇ, ਤੁਸੀਂ ਸਾਨੂੰ ਜੈਸ ਜਾਂ ਨੋ ਕਰੋ। ਪਰ ਉਹਨਾਂ ਨੇ ਸਾਨੂੰ ਜੈਸ ਨੋ ਨਹੀਂ ਕੀਤੀ, ਅਗਲੀ ਮੀਟਿੰਗ ਦੀ ਡੇਟ ਦਿੱਤੀ। ਤੁਸੀਂ ਇੱਕ ਵਾਰੀ ਉੱਠੇ ਸੀਗੇ, ਤੁਹਾਨੂੰ ਕਿਹੜੇ ਮੰਤਰੀ ਨੇ ਮਨਾਇਆ ਸੀ? ਅਸੀਂ ਇੱਕ ਵਾਰੀ ਉੱਠ ਕੇ ਗਏ ਸੀਗੇ, ਸਾਰੇ ਮੰਤਰੀ, ਸੋਮ ਪ੍ਰਕਾਸ਼ ਜੀ ਵੀ ਆਏ ਸੀ। ਅਸੀਂ ਉਹਨਾਂ ਨੂੰ ਕਿਹਾ ਹੀਰੋ ਬਣਾ ਦਾਂਗੇ, ਲੱਦ ਕੇ ਲੈ ਜਾਾਂਗੇ, ਹਰਾ ਨਾਲ ਦੁਬਾਰਾ ਮਿਨਿਸਟਰ ਬਣਾ ਦਾਂਗੇ, ਚੀਫ ਮਿਨਿਸਟਰ ਬਣ ਜਾਏਗਾ, ਛੱਡ ਦੇ। ਅਸੀਂ ਇਹ ਗੱਲ ਵੀ ਕਹੀ ਆ ਸੋਮ ਪ੍ਰਕਾਸ਼ ਜੀ ਨੂੰ। ਤੇ ਸੋਮ ਪ੍ਰਕਾਸ਼ ਦਾ ਕੋਈ ਜਵਾਬ? ਉਹ ਹੱਸ ਕੇ ਚਲੇ ਗਏ। ਅਸੀਂ ਕਿਹਾ ਦੇਖੋ ਸਹੀ ਸਵਾਦ ਕਰਕੇ ਤੁਸੀਂ ਇੱਕ ਮਿਨਿਸਟਰੀ ਤੋਂ ਬਾਹਰ ਆ ਜਾਓ, ਵੀ ਜੇ ਨਹੀਂ ਮੰਨਦੇ ਸਾਡੀ ਗੱਲ ਅਸੀਂ ਤੁਹਾਨੂੰ ਹੀਰੋ ਬਣਾ ਦਾਂਗੇ। ਸੁਰਿੰਦਰ ਸਿੰਘ ਲੱਖੋਵਾਲ ਜੀ, ਹੋਰ ਕਿਹੜੇ ਪੁਆਇੰਟਾਂ ਤੇ ਗੱਲ ਹੋਈ ਅੱਜ? ਹੋਰ ਤਾਂ ਕੋਈ ਵੋਟ ਨਹੀਂ, ਅਸੀਂ ਖਾਸ ਨਹੀਂ ਬੋਲੇ, ਉਹਨਾਂ ਨੇ ਸਾਨੂੰ ਦੱਸਿਆ। ਹੋਰ ਕੋਈ ਐਡੇ ਪੁਆਇੰਟਾਂ ਤੇ ਸਾਡੇ ਨਾਲ 5 ਘੰਟੇ ਸਿਰਫ ਇਸੇ ਗੱਲ ਤੇ ਅੜੇ ਰਹੇ ਕਿ ਤੁਸੀਂ ਖੇਤੀ ਕਾਨੂੰਨ ਰੱਦ ਕਰਾਉਣੇ, ਉਹ ਕਹਿੰਦੇ ਅਸੀਂ ਅਮੈਂਡਮੈਂਟ ਕਰਨੀ ਹੈ ਜਾਂ ਕੁਝ ਹੋਰ ਕਹਿੰਦੇ ਸੀ? ਨਹੀਂ, ਉਹ ਅਮੈਂਡਮੈਂਟ ਦੇ ਰੌਲਾ ਪਈ ਗਿਆ ਵੀ ਦੱਸੋ ਸਾਨੂੰ ਜਿਹੜੀਆਂ ਊਣਦਾਈਆਂ ਨੇ ਉਹ ਦੱਸੋ, ਬਸ ਇਹ ਚੀਜ਼। ਕਿਸਾਨ ਆਗੂ ਕੀ ਕਹਿੰਦੇ ਅਮੈਂਡਮੈਂਟ ਨਹੀਂ ਚਾਹੀਦੀ? ਨਹੀਂ ਚਾਹੀਦੀ ਅਮੈਂਡਮੈਂਟ। ਠੀਕ ਹੈ। ਸੋ ਤੁਸੀਂ ਦੇਖਿਆ ਕਿ ਹੁਣ 9 ਦਸੰਬਰ ਨੂੰ ਦੁਬਾਰਾ ਬੈਠਕ ਰੱਖੀ ਗਈ ਹੈ। ਹੋਰ ਵੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਹੈਗੀ ਹੈ ਅਸੀਂ ਕਰਾਂਗੇ। ਸੋ ਰੁਲਦੂ ਸਿੰਘ ਜੀ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਤਾਂ ਸਾਫ਼ ਕਹਿਣਾ ਹੈ ਸਰ ਕੀ ਮੀਟਿੰਗ ਦੇ ਵਿੱਚ ਫੈਸਲੇ ਹੋਏ ਅੱਜ? ਰੁਲਦੂ ਸਿੰਘ ਕਿਸਾਨ ਲੀਡਰ ਨੇ ਕੀ ਫੈਸਲਾ ਕੋਣ ਮੀਟਿੰਗ ਮੰਨੀ ਜਾ ਰਹੀ ਸੀਗੀ, ਪਰ ਅੱਜ ਕੁਝ ਹੋਇਆ ਨਹੀਂ। ਨਹੀਂ, ਫੈਸਲਾ ਕੌਣ ਨਹੀਂ, ਉਹ ਸਾਨੂੰ ਮਨਾਉਣਾ ਚਾਹੁੰਦੇ ਸੀ। ਮੁੱਦੇ ਤੇ ਗੱਲ ਕਰੋ, ਉਹ ਤੋਂ ਅਸੀਂ ਜਵਾਬ ਦੇਤਾ। ਜਿਹੜੀਆਂ ਤੁਸੀਂ ਸੋਧਾਂ ਉਸ ਦਿਨ ਲੈ ਕੇ ਗਏ ਸੀਗੇ, ਜਿਹੜੀ ਗਲਤੀਆਂ ਲੈ ਕੇ ਗਏ ਸੀ, ਉਹਨਾਂ ਤੇ ਅੱਜ ਜਵਾਬ ਦੇਣਾ ਸੀ। ਕਹਿੰਦੇ ਲਿਖਤੀ ਸਰਕਾਰ ਨੇ ਕੁਝ ਦਿੱਤਾ ਨਹੀਂ, ਪਹਿਲਾਂ ਸਰਕਾਰ ਜਮੇ ਹੀ ਨਹੀਂ ਆਉਂਦੀ, ਹੁਣ ਕਹਿੰਦੀ ਵੀ ਇਕੱਲੇ ਮੁੱਦੇ ਤੇ ਗੱਲ ਕਰ ਲਓ। ਜਿਹੜੀ ਸੋਚ ਤੁਹਾਨੂੰ ਮਾਰੀ ਲੱਗਦੀ ਹੈ ਉਹ ਕਰ ਦਾਂਗੇ।
ਅਸੀਂ ਕਿਹਾ ਨਹੀਂ, ਸਾਨੂੰ ਤਾਂ ਸਾਰਾ ਹੀ ਮਾੜਾ ਹੈ। ਕਹਿੰਦੇ ਕੱਲਾ ਖੋਲ ਹੀ ਰਹਿ ਗਿਆ। ਅਸੀਂ ਕਿਹਾ ਖੋਲ ਨੂੰ ਵੀ ਅੱਗ ਲਾਉਣੀ ਹੈ। ਮੌਨ ਧਾਰਨ ਕਰਨ ਦੀ ਲੋੜ ਕਿਉਂ ਪੈ ਗਈ? ਉਹ ਪੈ ਗਈ ਜਦੋਂ ਹਟੀ ਨਾ, ਬਾਰ-ਬਾਰ ਸਾਨੂੰ ਕਹਿਣ ਗੱਲ ਤੋਰੋ ਕੱਲੇ ਮੁੱਦੇ ਤੇ। ਅਸੀਂ ਫੈਸਲਾ ਕਰ ਲਿਆ ਵੀ ਆਪਾਂ ਬੋਲਣਾ ਹੀ ਨਹੀਂ। ਅਸੀਂ ਪੌਣਾ ਘੰਟਾ ਚੁੱਪ ਰਹੇ। ਉਹ ਆਦਾ ਬੋਲ ਵਲ ਕੇ ਬਾਗੇ। ਜੀ ਤੁਸੀਂ 5 ਘੰਟੇ ਕਿਹੜੇ ਮੁੱਦਿਆਂ ਦੇ ਉੱਤੇ ਅੰਦਰ ਗੱਲਬਾਤ ਹੁੰਦੀ ਰਹੀ? 5 ਘੰਟੇ 5 ਘੰਟੇ ਇਸੇ ਤੇ ਉਹ ਮੁੱਦਿਆਂ ਤੇ ਤੋਰਨਾ ਚਾਹੁੰਦੇ ਸੀਗੇ। ਅਸੀਂ ਕਹਿੰਦੇ ਸਾਨੂੰ ਕੈਂਸਲ ਕਰੋ, ਇਸੇ ਤੇ ਰਹੀ ਹੈ। ਤੁਸੀਂ ਖੇਤੀ ਕਾਨੂੰਨ ਨੂੰ ਰੱਦ ਕਰਾਉਣ ਤੇ ਅੜੇ ਰਹੇ। ਹਾਂ, ਖੇਤੀ ਕੋ ਤਿੰਨੇ ਕਾਨੂੰਨ ਜਿੰਨੇ ਵੀ ਸਾਡੀਆਂ ਮੰਗਾਂ ਸਾਰੀਆਂ ਮੰਨੋ, ਐਲਾਨ ਕਰੋ। ਇਹ ਵੀ ਸੁਣਨ ਚ ਆਇਆ ਸੀ ਉਹ ਮੰਤਰੀ ਚਾਹੁੰਦੇ ਸੀ ਤੁਸੀਂ ਬਾਈਕਾਟ ਕਰੋ, ਲੇਕਿਨ ਤੁਸੀਂ ਬਾਈਕਾਟ ਨਹੀਂ ਕੀਤਾ। ਬਾਈਕਾਟ ਨਾ ਕਰਨ ਦਾ ਫੈਸਲਾ ਕਿਉਂ ਕੀਤਾ? ਨਹੀਂ, ਇਹ ਸਾਡਾ ਪਹਿਲਾਂ ਹੀ ਬਾਈਕਾਟ ਕਰਨਾ ਹੀ ਨਹੀਂ ਸੀ। ਅੱਛਾ ਜੀ। ਅਸੀਂ ਥੋੜਾ ਘਣਾ ਰੋਸ ਅੰਦਰ ਦਿਖਾ ਸਕਦੇ ਹਾਂ, ਉਹ ਦਿਖਾਤਾ ਸੀ ਜਿਹੜਾ ਮੂਲ ਤਾਂ ਰਹੇਗਾ, ਬੋਲੇ ਨਹੀਂ। ਕੋਈ ਕੇਂਦਰੀ ਮੰਤਰੀ ਨਾਲ ਕੋਈ ਵਕਤ ਤੋਂ ਕੋਈ ਗੱਲਬਾਤ ਹੋਈ ਕਿ ਕੋਈ ਮੰਤਰੀ ਲੱਗਿਆ ਕਿ ਹਾਂ ਖੇਤੀ ਕਾਨੂੰਨ ਰੱਦ ਕਰਨਗੇ? ਕੋਈ ਇਸ਼ਾਰਾ ਅੰਦਰੋਂ ਆਇਆ ਕਿ ਨਹੀਂ ਆਇਆ? ਅੱਜ ਤੋਂ ਓਵਰ ਮੰਨ ਗਿਆ ਵੀ ਮੈਂ ਇੱਥੋਂ ਕੱਲਾ ਮੈਂ ਕੁਝ ਨਹੀਂ ਕਰ ਸਕਦਾ, ਮੈਨੂੰ ਵੀ ਪੁੱਛ ਕੇ ਕਰਨਾ ਪਊਗਾ। ਪੁੱਛੂ ਕਿਤੋਂ? ਪ੍ਰਧਾਨ ਮੰਤਰੀ ਤੋਂ। ਅੱਜ ਉਹਨੇ ਗੱਲ ਮੰਨੀ ਆ ਵਾਕਿਆ ਦੇ ਵੀ ਮੈਂ ਕੱਲਾ ਕੁਝ ਨਹੀਂ ਕਰ ਸਕਦਾ। ਫਿਰ ਉਹਨੂੰ ਕਹਿੰਦਾ ਕੱਲੇ ਅਸੀਂ ਵੀ ਕੁਝ ਨਹੀਂ ਕਰ ਸਕਦੇ, ਸਾਡੇ ਮਗਰ ਵੀ ਲੋਕ ਨੇ। ਇਹ ਆ ਗੱਲ। ਸੋ ਤੁਸੀਂ ਅੱਜ ਉਹਨਾਂ ਤੋਂ ਪੁੱਛਿਆ ਕਿ ਜੇ ਪ੍ਰਧਾਨ ਮੰਤਰੀ ਨਾਲ ਤੁਹਾਡੀ ਬੈਠਕ ਹੋਈ ਹੈ 4 ਮੰਤਰੀਆਂ ਦੀ, ਉੱਥੇ ਕੀ ਗੱਲਬਾਤ ਹੋਈ? ਅਸੀਂ ਉਹਨਾਂ ਨੂੰ ਪਹਿਲਾਂ ਇਹੀ ਜ਼ੋਰ ਦਿੱਤਾ ਵੀ ਤੁਸੀਂ ਕੀ ਲਿਆਓ। ਉਹਨਾਂ ਨੇ ਇੱਕ ਫਾਈਲ ਤਿਆਰ ਕਰੀ ਸੀਗੀ ਉਹੀ ਕੱਲੇ ਮੁੱਦੇ ਤੇ। ਅਸੀਂ ਕਿਹਾ ਵੀ ਸਾਨੂੰ ਦੇ ਦਿਓ। ਉਹ ਕਹਿੰਦੇ ਜਿੰਨਾ ਚਿਰ ਸਾਈਨ ਨਹੀਂ ਕਰਦੇ ਦੇ ਨਹੀਂ ਸਕਦੇ। ਅਸੀਂ ਕਿਹਾ ਵੀ ਸਾਈਨ ਤਾਂ ਅਸੀਂ ਕਰਦੇ ਨਹੀਂ। ਫਿਰ ਸਾਡਾ ਇੱਕ ਬੰਦਾ ਪੜਿਆ ਜੀ ਆ ਕੇ ਅੰਦਰ, ਉਹ ਕੁਝ ਨਹੀਂ ਲਿਖਣਾ, ਜੋ ਹੈ ਨਹੀਂ ਲਿਖਣਾ। ਤੁਸੀਂ ਕਿਸਾਨ ਭਰਾਵਾਂ ਦੁਆਰਾ ਜਾਓਗੇ, ਕੀ ਉਹਨਾਂ ਨੂੰ ਜਾ ਕੇ ਕਹੋਗੇ ਕਿ ਕੀ ਅੱਜ ਦੀ ਮੀਟਿੰਗ ਵਿੱਚੋਂ ਕੀ ਕੁਝ ਲੈ ਕੇ ਆਇਓ? ਉਹਨਾਂ ਨੂੰ ਕਹਾਂਗੇ ਬੇਸ਼ੱਟਾ ਸਰਕਾਰ ਕਹਿੰਦੀ ਆ ਵੀ ਦੁਬਾਰੇ ਅਸੀਂ ਆਪਦੇ ਰਾਏ ਕਰਦੇ ਹਾਂ ਸਾਰੇ ਮੰਤਰੀ ਮੰਡਲ, ਤੇ ਅਸੀਂ 9 ਤਰੀਕ ਨੂੰ ਕੋਈ ਹੱਲ ਕੱਢ ਕੇ ਲਿਆਵਾਂਗੇ। ਇਹ ਕਿਹਾ ਇਹ ਲੋਕਾਂ ਨੂੰ ਹੀ ਕਹਾਂ। ਦੁਬਾਰਾ ਬੈਠਕ ਕਦੋਂ ਹੈਗੀ, ਕਿੰਨੇ ਵਜੇ? ਉਹ ਚੱਲੂਗੀ 11 ਵਜੇ। ਤੇ ਉਹਦਾ ਬਾਕੀ ਸਾਰੇ ਪ੍ਰੋਗਰਾਮ ਉਦਾਂ ਹੀ ਰਹਿਣਗੇ ਤੁਹਾਡੇ? 8 ਤਰੀਕ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ। ਬੰਦ ਰਹੂਗਾ। ਲੋਕ ਪੰਜਾਬ ਚ ਆਉਣਗੇ। ਹਰਿਆਣੇ ਦਾ ਕੱਲ ਨੂੰ 25,000 ਬੰਦਾ ਇਕੱਠਾ ਹੋ ਜਾਊਗਾ, ਮਤਲਬ ਹੋਰ ਆ ਜਾਊਗਾ ਉਹਨਾਂ ਦਾ, ਕਿਉਂ ਨੇੜੇ ਪੈਂਦੇ ਨੇ ਸਟੇਟ। ਸਿੰਘ ਜੀ ਹਾਲੇ ਕਈ ਰਸਤੇ ਖੁੱਲੇ ਨੇ, ਕੀ ਕਰੋਗੇ ਹੋਰ ਦਿੱਲੀ ਦੇ? ਤੇ ਕੋਸਟ ਤਾਂ ਸਾਰਾ ਬੰਦ ਕਰਨ ਦੀ ਕਰਦੇ ਆ। ਦਿੱਲੀ ਵੱਡੀ ਹੈ ਜੀ, ਠੀਕ ਹੈ ਨਾ ਗੱਲ। ਭਾਵੇਂ ਸਾਰੀਆਂ ਜਥੇਬੰਦੀਆਂ ਲੱਗੀਆਂ, ਜਿਹੜੇ ਪਾਸੇ ਵੀ ਆਉਣਗੇ ਬੰਦੇ ਨੂੰ ਕਰੀ ਚੱਲਾਂਗੇ ਅਸੀਂ। ਸੋ ਗੱਲਬਾਤ ਕਰਨ ਤੁਹਾਡਾ ਬਹੁਤ ਸ਼ੁਕਰੀਆ ਜੀ। ਸੋ ਰੁਲਦੂ ਸਿੰਘ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਸੰਘਰਸ਼ ਹੋਰ ਤਿੱਖਾ ਹੋਏਗਾ, ਅਸੀਂ ਬਾਈਕਾਟ ਨਹੀਂ ਕਰਾਂਗੇ, ਅਸੀਂ ਹਮੇਸ਼ਾ ਹੀ ਗੱਲਬਾਤ ਕਰਨ ਦੇ ਹੱਕ ਦੇ ਵਿੱਚ ਰਹੇ ਹਾਂ। ਅੱਜ ਵੀ ਅਸੀਂ ਅੰਦਰ ਡਟੇ ਰਹੇ, ਅਸੀਂ ਮੌਨ ਵਰਤ ਵੀ ਰੱਖਿਆ। ਮੰਤਰੀਆਂ ਦੇ ਵੱਲੋਂ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ, ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਪਰਸੋਂ ਬੈਠਕ ਹੁੰਦੀ ਹੈ, ਮੰਗ ਉਹਨਾਂ ਦੀ ਇੱਕੋ ਹੈ ਕਿ ਅਸੀਂ ਜਿਹੜੇ ਖੇਤੀ ਕਾਨੂੰਨ ਹੈਗੇ ਨੇ ਉਹ ਰੱਦ ਕਰਾਉਣੇ ਨੇ। ਇਹ ਸਾਡੀ ਇੱਕੋ ਮੰਗ ਹੈਗੀ ਹੈ। ਹੋਰ ਵੀ ਜਿਹੜੇ ਕਿਸਾਨ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। सर आपका क्या नाम और कहाँ से? अभिमन्यु कोहाट हरियाणा से। जी जी क्या बैठक में क्या क्या बातें हुई, क्या फैसला हुआ? देखिए बैठक में ज़्यादा कुछ नहीं निकला। सरकार बार बार बात को घुमाने की कोशिश कर रही थी। हमने ये साफ किया हमारे सीनियर लीडर्स ने कि भाई इन पे क्या इनमें खामियां हो तो हम पिछली मीटिंग में बता चुके हैं, अब इन पे दोबारा से बात करने का कोई मतलब नहीं है। सरकार ने कहा कि भाई आप अमेंडमेंट क्या होने चाहिए इसका सुझाव दीजिए, तो हमारे लीडर्स ने कहा कि हम अमेंडमेंट्स पे राजी नहीं है, हमें चाहिए आप कृषि कानून वापस लीजिए। तो उसके बाद सभी किसान नेताओं ने मौन व्रत शुरू कर दिया और अपनी फाइलों पे यस और नो लिख के हम बैठ गए और मौन व्रत हमने शुरू कर दिया और कुर्सियां पीछे कर ली। जी शुक्रिया। दर्शनपाल जी 9 तरीक ਨੂੰ ਦੁਬਾਰਾ ਬੈਠਕ ਹੋਏਗੀ, ਕੀ ਕੇਂਦਰੀ ਮੰਤਰੀ ਨੇ ਤੁਹਾਨੂੰ ਸਮਾਂ ਦਿੱਤਾ ਜਾਂ ਤੁਸੀਂ ਖੁਦ ਲਿੱਤਾ? ਨਹੀਂ ਬਿਲਕੁਲ ਨਹੀਂ। ਉਹ ਜਦੋਂ ਬਿਲਕੁਲ ਸਾਡੀਆਂ ਗੱਲਾਂ ਦੇ ਵਿੱਚ ਫਸ ਗਏ, ਉਹਨਾਂ ਨੇ ਕਿਹਾ ਕਿ ਤੁਹਾਡਾ ਏਜੰਡਾ ਜਿਹੜਾ ਹੈ ਰੱਦ ਕਰਨ ਦਾ ਵੱਖਰੀ ਕਿਸਮ ਦਾ ਏਜੰਡਾ ਹੈ, ਇਹਨੂੰ ਕੱਲ ਸਾਡੀ ਸਰਕਾਰ ਡਿਟੇਲ 'ਚ ਅਸੀਂ ਡਿਸਕਸ ਕਰਾਂਗੇ। ਮਤਲਬ ਮੈਨੂੰ ਇਹ ਲੱਗਦਾ ਪ੍ਰਾਈਮ ਮਿਨਿਸਟਰ ਹੋਮ ਮਿਨਿਸਟਰ ਹੋਣਗੇ ਕੱਲ ਦੀ ਗੱਲਬਾਤ ਵਿੱਚ, ਉਹ ਗਵਰਨਮੈਂਟ ਡਿਸਕਸ ਕਰੂਗੀ। ਸ਼ਾਮ ਨੂੰ ਜਾਂ ਕੱਲ ਤੱਕ ਇਹਦੀ ਪ੍ਰਪੋਜ਼ਲ ਬਣਾ ਲੈਣਗੇ, ਉਹ ਪ੍ਰਪੋਜ਼ਲ ਸਾਨੂੰ ਭੇਜਣਗੇ। ਅਸੀਂ ਆਪਣੀ ਮੀਟਿੰਗ 'ਚ ਉਸ ਪ੍ਰਪੋਜ਼ਲ ਦੇ ਉੱਤੇ ਆਉਣਾ ਹੈ ਜਾਂ ਨਹੀਂ ਮੀਟਿੰਗ 'ਚ ਆਉਣਾ ਇਹ ਅਸੀਂ ਤੈਅ ਕਰਾਂਗੇ। ਲੇਕਿਨ 9 ਤਰੀਕ ਦੀ 11 ਵਜੇ ਫਿਰ ਵੀ ਉਹਨਾਂ ਨੇ ਮੀਟਿੰਗ ਰੱਖਤੀ ਹੋਈ ਹੈ। ਅਸੀਂ ਬਲਕਿ ਕਾਨੂੰਨ ਨੂੰ ਰੱਦ ਕਰਾਉਣ ਵਾਸਤੇ ਅੰਦੋਲਨ ਨੂੰ ਜਾਰੀ ਰੱਖਾਂਗੇ। ਦਰਸ਼ਨਪਾਲ ਜੀ ਤੁਹਾਨੂੰ ਕੀ ਲੱਗਿਆ ਅੱਜ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਦੇ ਵਿੱਚ ਕੀ ਵਾਕਿਆ ਹੀ ਕਾਨੂੰਨਾਂ ਨੂੰ ਰੱਦ ਕਰਨ ਵੱਲ ਵੱਧ ਰਹੀ ਹੈ ਕੇਂਦਰ ਸਰਕਾਰ? ਜਦੋਂ ਏਜੰਡਾ ਫੋਕਸ ਹੋ ਗਿਆ ਉੱਥੇ, ਜਦੋਂ ਇਹ ਹੋ ਗਿਆ ਕਿ ਇਸ ਕਾਨੂੰਨਾਂ ਦੇ ਵਿੱਚ ਕੋਈ ਸੋਧ ਨਹੀਂ ਕਰਨੀ, ਇੱਕ ਚੀਜ਼ ਤੇ ਰੱਖੀ ਕਿ ਸੋਧ ਨਹੀਂ ਹੋਊਗੀ, ਦੂਜਾ ਹੈ ਵੀ ਜਾਂ ਰੱਦ ਹੋਣਗੇ ਜਾਂ ਫਿਰ ਕਾਨੂੰਨ ਲਾਗੂ ਹੋਣਗੇ, ਸਾਨੂੰ ਉਠਾ ਦਿੱਤਾ ਜਾਊਗਾ ਜ਼ਬਰਦਸਤੀ। ਇਹੀ ਹੋਊਗਾ ਨਾ, ਜਾਂ ਸਾਨੂੰ ਕੋਈ ਜ਼ਬਰ ਕੀਤਾ ਜਾਊਗਾ ਜਾਂ ਫਿਰ ਕਾਨੂੰਨ ਰੱਦ ਹੋਣਗੇ, ਦੋ ਹੀ ਗੱਲਾਂ। ਜ਼ਬਰਦਸਤੀ ਜੇ ਉਠਾਉਣ ਦੀ ਗੱਲ ਆਉਂਦੀ ਹੈ ਕੀ ਕਿਸਾਨ ਉੱਠਣਗੇ? ਨਹੀਂ ਐ ਨਹੀਂ ਉੱਠਣਗੇ, ਫਿਰ ਤਾਂ ਉਹਨਾਂ ਨੂੰ ਲਾਠੀ ਗੋਲੀ ਚਲਾ ਕੇ ਹੋਰ ਉਠਾਉਣਾ ਪਊਗਾ। ਆਰ ਪਾਰ ਦੀ ਲੜਾਈ ਤੁਸੀਂ ਕਹਿ ਰਹੇ ਹੋ? ਆਰ ਮਤਲਬ ਪਾਰ ਦੀ ਲੜਾਈ ਤਾਂ ਹੀ ਹੈ। ਤੇ ਤਿੰਨਾਂ ਖੇਤੀ ਕਾਨੂੰਨਾਂ ਤੋਂ ਇਲਾਵਾ ਕਿਸੇ ਹੋਰ ਮੁੱਦੇ ਉੱਤੇ ਵੀ ਗੱਲ ਹੋਈ? ਕਿਉਂਕਿ 2 ਕਾਨੂੰਨ ਜਿਹੜੇ ਤੁਸੀਂ ਹੋਰ ਬਿਜਲੀ ਦਾ ਅਸੀਂ ਹੋਣ ਨਹੀਂ ਦਿੱਤੀ, ਕਿਉਂਕਿ ਹੋਰ ਮੁੱਦਿਆਂ ਤੇ ਸਾਡੀ ਗੱਲ ਕਰਨ ਦੀ ਕੋਈ ਲੋੜ ਨਹੀਂ ਸੀ। ਤੇ ਪ੍ਰਧਾਨ ਮੰਤਰੀ ਹੋਰਾਂ ਨਾਲ ਜਿਹੜੀ ਅੱਜ 4 ਮੰਤਰੀਆਂ ਦੀ ਬੈਠਕ ਹੋਈ ਸੀ, ਤੁਸੀਂ ਪੁੱਛਿਆ ਕਿ ਉਸ ਬੈਠਕ ਵਿੱਚ ਕਿਹੜੇ ਮੁੱਦੇ ਤੇ ਚਰਚਾ? ਪੁੱਛਿਆ ਨਾ, ਉਹਨਾਂ ਨੇ ਦੱਸਿਆ, ਸਾਨੂੰ ਪੁੱਛਣ ਦੀ ਲੋੜ ਵੀ ਨਹੀਂ ਲੱਗੀ। ਸਾਨੂੰ ਇਹ ਲੱਗਿਆ ਕਿ ਗਵਰਨਮੈਂਟ ਹੈ, ਗਵਰਨਮੈਂਟ ਦੇ ਨੁਮਾਇੰਦੇ ਨੇ, ਇਹਨਾਂ ਦੇ ਜੋ ਗੱਲ ਕਰਕੇ ਆਏ ਨੇ ਉਹਨਾਂ ਦੀ ਮਰਜ਼ੀ। ਅੱਜ ਬਾਰਡਰਾਂ ਤੇ ਜਿਹੜੇ ਕਿਸਾਨ ਬੈਠੇ ਨੇ, ਜਾ ਕੇ ਤੁਸੀਂ ਉਹਨਾਂ ਨੂੰ ਕੀ ਕਹੋਗੇ? ਅਸੀਂ ਕਹਾਂਗੇ ਕਿ ਮੁੱਦਾ ਹੁਣ ਅੱਜ ਫੋਕਸ ਹੋਇਆ ਅਸਲ 'ਚ। ਹਾਲ ਤੱਕ ਗਵਰਨਮੈਂਟ ਲਾਰੇ ਲਾਉਂਦੀ ਰਹੀ ਸੁਧਾਰ ਕਰਾਂਗੇ ਉਹ ਕਰਾਂਗੇ, ਲੇਕਿਨ ਹੁਣ ਇਹ ਮੁੱਦਾ ਪੱਕਾ ਫੋਕਸ ਹੋ ਗਿਆ
ਕਿ ਰੱਦ ਕਰਨ ਬਾਰੇ ਇੱਕੋ ਏਜੰਡਾ ਹੈ ਗਵਰਨਮੈਂਟ ਦਾ, ਕੋਈ ਉਹਦੇ 'ਚ ਹੁਣ ਸੰਸ਼ੋਧਨ ਕਰਨ ਦੀ ਕੋਈ ਉਹਦੇ ਗੱਲ ਨਹੀਂ। ਸ਼ੁਕਰੀਆ। ਸੋ ਕੀ ਸਰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ, ਅੱਜ ਅੰਦਰ ਕੇਂਦਰ ਦੇ ਮੰਤਰੀਆਂ ਨੇ ਕੋਈ ਮੰਗ ਰੱਖੀ ਕਿ ਤੁਸੀਂ ਭਾਰਤ ਬੰਦ ਦਾ ਜਿਹੜਾ ਸੱਦਾ ਦਿੱਤਾ ਹੈ ਵਾਪਸ ਲਓ? नहीं, वो तो हमने पहले से ये बात की कि हमारा आंदोलन अब चल रहा है, ये आगे बढ़ेगा। ਪੰਜਾਬੀ ਬੋਲੋ, ਕੋਈ ਗੱਲ ਨਹੀਂ। ਮੈਂ ਤੁਹਾਡੇ ਤੋਂ ਇਹ ਵੀ ਜਾਨਣਾ ਚਾਹੁੰਦਾ ਕਿ ਕਿਹੜੇ ਮੁੱਦਿਆਂ ਤੇ ਤੁਸੀਂ ਅੜੇ ਰਹੇ ਕਿ ਅੱਗੋਂ ਸਾਡਾ ਇੱਕ ਨਕਾਤੀ ਪ੍ਰੋਗਰਾਮ ਆ ਜੀ ਕਿ ਜਿਹੜਾ ਕਾਨੂੰਨ ਆ ਇਹ ਰੱਦ ਕੀਤਾ ਜਾਵੇ। ਇਹ ਕਾਨੂੰਨ ਲੋਕਾਂ ਦੇ ਵਿਰੋਧੀ ਆ, ਲੋਕ ਵਿਰੋਧੀ ਆ, ਕਿਸਾਨ ਵਿਰੋਧੀ ਆ, ਇਸ ਕਰਕੇ ਇਹਨੂੰ ਰੱਦ ਕੀਤੇ ਤੋਂ ਬਿਨਾ ਹੋਰ ਕੋਈ ਚਾਰਾ ਹੀ ਨਹੀਂ ਹੈਗਾ। ਪੂਰੇ 5 ਘੰਟੇ ਦੇ ਅੰਦਰ ਕਹਾਣੀ ਕੀ ਸੀ ਜਦੋਂ ਤੁਸੀਂ ਅੰਦਰ ਲੱਸੀ ਪੀ ਕੇ ਐਂਟਰ ਕੀਤਾ ਤੇ ਉਸ ਤੋਂ ਬਾਅਦ ਅੰਦਰ ਕਿਵੇਂ ਮੰਤਰੀ ਬੈਠੇ ਸੀ, ਕੀ ਗੱਲਾਂ ਹੋਈਆਂ? ਅੰਦਰ ਤਾਂ ਉਹਨਾਂ ਦਾ ਜੋ ਪੈਨਲ ਪਹਿਲਾਂ ਵਾਲਾ ਸੀ ਉਹੀ ਸੀਗਾ, ਪਰ ਉਹ ਬਾਰ-ਬਾਰ ਇਸ ਗੱਲ ਤੇ ਸੀ ਕਿ ਆਪਾਂ ਡਿਸਕਸ਼ਨ ਕਰਨੀ ਆ। ਅਸੀਂ ਡਿਸਕਸ਼ਨ ਕਰਨ ਨੂੰ ਤਿਆਰ ਨਹੀਂ, ਕਿਉਂਕਿ ਬਾਰ-ਬਾਰ ਅਸੀਂ ਰਿਪੀਟ ਨਹੀਂ ਕਿਸੇ ਮਾਮਲੇ ਨੂੰ ਕਰਨਾ ਚਾਹੁੰਦੇ। ਇਸ ਲਈ ਸਭਾ ਨੇ ਜਿਹੜਾ ਬੈਨਰ ਆ ਉਹ ਬਣਾ ਕੇ ਲਗਾ ਦਿਆ ਜੈਸ ਔਰ ਨੋ। ਸਰਕਾਰ ਸਾਨੂੰ ਇਹ ਦੱਸੇ ਕਿ ਉਹਨੇ ਇਹ ਕਾਨੂੰਨ ਰੱਦ ਕਰਨੇ ਆ ਜਾਂ ਨਹੀਂ, ਫੈਸਲਾ ਸਰਕਾਰ ਨੇ ਆ। ਫਿਰ ਉਹਦੇ ਵਿੱਚ ਹੀ ਸਰਕਾਰ ਨੇ ਇੱਕ ਬ੍ਰੇਕ ਲੈ ਕੇ ਉਹ ਫੈਸਲਾ ਲੈਣ ਦਾ ਕਿ ਸਾਨੂੰ ਸਮਾਂ ਦਿੱਤਾ ਜਾਵੇ। ਸਰਕਾਰ ਇਹਦੇ ਤੇ ਆਪਣੀ ਵਿਚਾਰ ਕਰਨੀ ਚਾਹੁੰਦੀ ਆ। ਉਹਦੇ ਲਈ ਇੱਕ ਕੱਲ ਐਤਵਾਰ ਬਣਦਾ ਸੀਗਾ ਤੇ ਸੋਮਵਾਰ ਦੀ ਗੱਲ ਬਣਦੀ ਸੀ ਵੀ ਸੋਮਵਾਰ ਕਰ ਲਿਆ ਜਾਵੇ, ਪਰ ਉਸ ਤੋਂ ਅੱਗੇ 8 ਤਰੀਕ ਦਾ ਪ੍ਰੋਗਰਾਮ ਆ, ਭਾਰਤ ਬੰਦ ਦਾ ਸੱਦਾ ਵਾ। ਇਸ ਕਰਕੇ ਜੇ 8 ਤੋਂ ਅੱਗੇ ਟਪਾਉਂਦੇ ਆ ਫਿਰ 9 ਤਰੀਕ ਬਣਦੀ ਸੀ ਤੇ 9 ਤਰੀਕ ਨੂੰ ਜਿਹੜਾ ਵਾ ਅਗਲੀ ਗੱਲਬਾਤ ਜਿਹੜੀ ਆ ਉਹ ਕੀਤੀ ਜਾਵੇ। ਉਹਦੇ 'ਚ ਸਰਕਾਰ ਵੱਲੋਂ ਇਹ ਗੱਲ ਆਈ ਆ ਕਿ ਅਸੀਂ ਉਹਦੇ ਤੇ ਆਪਦਾ ਕੋਈ ਡਿਸੀਜਨ ਲੈ ਕੇ ਆਵਾਂਗੇ। ਕਿਹੋ ਜਿਹਾ ਲੈ ਕੇ ਆਉਂਦੇ ਆ ਇਹ ਤਾਂ ਸਮਾਂ ਦੱਸੂਗਾ, ਪਰ ਲੈ ਕੇ ਜ਼ਰੂਰ ਆਉਣਗੇ ਡਿਸੀਜਨ। ਠੀਕ ਹੈ। ਸੋ ਸਰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਹੁਣ 9 ਦਸੰਬਰ ਨੂੰ ਦੁਬਾਰਾ ਬੈਠਕ ਹੁੰਦੀ ਹੈ ਤੇ ਤੁਹਾਨੂੰ ਕੀ ਉਮੀਦਾਂ ਹੈਗੀਆਂ ਨੇ, ਕਿਸ ਪਾਸੇ ਜਾਊਗੀ ਸਰਕਾਰ? ਦੇਖੋ, ਉਮੀਦਾਂ ਤਾਂ ਹੁਣ ਸਰਕਾਰ ਦੀ ਨੀਤ 'ਚ ਫਰਕ ਆ। ਜੀ ਅਸੀਂ ਤਾਂ ਉਮੀਦ ਜਿੱਦਣ ਦਾ ਐਜੀਟੇਸ਼ਨ ਸ਼ੁਰੂ ਕੀਤਾ ਜਦ ਤੋਂ ਹੀ ਰੱਖੀ ਆ ਵੀ ਇਸ ਮੀਟਿੰਗ 'ਚ ਕਰ ਦੇਣਗੇ ਜਾਂ ਹੁਣ ਕਰ ਦੇਣਗੇ, ਪਰ ਜਿਹੜੇ ਕਾਰਪੋਰੇਟ ਘਰਾਣੇ ਨੇ ਇਹਨਾਂ ਤੇ ਉਹਨਾਂ ਦਾ ਪ੍ਰੈਸ਼ਰ ਸਰਕਾਰ ਤੇ ਇੰਨਾ ਜ਼ਿਆਦਾ ਆ, ਇਸ ਕਰਕੇ ਸਰਕਾਰ ਉਹਨਾਂ ਨੂੰ ਵੀ ਰੱਖਣਾ ਚਾਹੁੰਦੀ ਆ, ਸਾਨੂੰ ਵੀ ਮਨਾਉਣਾ ਚਾਹੁੰਦੀ ਆ। ਪਰ ਗੱਲ ਇਹ ਬੜੀ ਸਾਫ਼ ਆ ਵੀ ਅਸੀਂ ਜਿਹੜੇ ਸਾਡੇ ਖਿਲਾਫ ਇਹਨਾਂ ਨੇ 3 ਕਾਲੇ ਕਾਨੂੰਨ ਬਣਾਏ ਨੇ, ਜਿੰਨਾ ਚਿਰ ਉਹ ਰੱਦ ਨਹੀਂ ਕਰਦੇ ਉਹਦੇ ਥੱਲੇ ਸਾਡਾ ਕੋਈ ਸਮਝੌਤਾ ਨਹੀਂ। ਹੁਣ ਉਹਨਾਂ ਦੀ ਕੋਸ਼ਿਸ਼ ਰਹੀ ਆ ਵੀ ਕਾਰਪੋਰੇਟ ਘਰਾਣਿਆਂ ਨੂੰ ਵੀ ਅਸੀਂ ਰੱਖ ਲਈਏ, ਇਹਨਾਂ ਨੂੰ ਵੀ ਰੱਖ ਲਈਏ। ਹਜੇ ਉਹਨਾਂ ਨੂੰ ਮੋਹ ਤੇ ਅੱਗਣਾ ਔਖਾ ਹੋਇਆ ਥੋੜਾ ਜਿਹਾ। ਉਹਨਾਂ ਨੂੰ ਕੋਈ ਗੱਲ ਨਹੀਂ, ਅਗਲੀ ਵਾਰੀ ਹੋ ਜਾਊਗਾ। ਸੋ ਪਰਮਿੰਦਰ ਸਿੰਘ ਜੀ, ਅੱਜ ਕੋਈ ਅਜਾ ਪੁਆਇੰਟ ਜਦੋਂ ਕਿਸਾਨ ਆਗੂਆਂ ਨੇ ਵੀ ਥੋੜਾ ਦਬਾਅ ਮਹਿਸੂਸ ਕੀਤਾ ਹੋਵੇ, ਕੋਈ ਇਦਾਂ ਦਾ ਅੰਦਰ ਮਾਹੌਲ ਬਣਿਆ? ਅਸੀਂ ਕੋਈ ਦਬਾਅ ਨਹੀਂ ਮੰਨਦੇ ਕਿਸੇ ਦਾ, ਵੀ ਸਾਡਾ ਪੂਰਾ ਸਪਸ਼ਟ ਸਟੈਂਡ ਆ ਵੀ ਅਸੀਂ ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ, ਚਾਹੇ ਕੋਈ ਵੀ ਕੁਰਬਾਨੀ ਦੇਣੀ ਪੈ ਜਾਵੇ, ਜਿੰਨਾ ਲੰਬਾ ਟਾਈਮ ਮਰਜ਼ੀ ਸੰਘਰਸ਼ ਕਰਨਾ ਪੈ ਜਾਵੇ, ਸਾਨੂੰ ਕੋਈ ਦਬਾਅ ਨਹੀਂ ਕਹਿੰਦਾ, ਨਾ ਅਸੀਂ ਦਬਾਅ ਮੰਨਣਾ। ਅਸੀਂ ਆਪਣੇ ਹੱਕ ਮੰਗਦੇ ਆ, ਹਰ ਹਾਲਤ 'ਚ ਹੱਕ ਲੈ ਕੇ ਰਹਾਂਗੇ। 9 ਦਸੰਬਰ ਨੂੰ ਦੁਬਾਰਾ ਜਦੋਂ ਤੁਸੀਂ ਕੇਂਦਰੀ ਮੰਤਰੀ ਨਾਲ ਬੈਠਕ ਕਰੋਗੇ, ਕੀ ਇਹੀ ਮੰਗ ਹੋਏਗੀ ਜਾਂ ਕੁਝ ਤੁਸੀਂ ਸੋਚ ਸਕਦੇ ਹੋ? ਕੋਈ ਸੋਚਣ ਵਾਲੀ ਗੱਲਬਾਤ ਕੋਈ ਨਹੀਂ, ਇਹੀ ਮੰਗ ਹੋਗੀ। ਬੜੀ ਸਪਸ਼ਟ ਮੰਗ ਆ। ਸਰਕਾਰ ਨੂੰ ਉਦੋਂ ਮੀਟਿੰਗ ਤਾਂ ਕਰਨੀ ਚਾਹੀਦੀ ਆ ਜੇ ਇਹਨਾਂ ਨੇ ਸਾਡੀ ਮੰਗ ਪੂਰੀ ਕਰਨੀ ਹੈ, ਨਹੀਂ ਬੇਸ਼ੱਕ ਮੀਟਿੰਗ ਕੈਂਸਲ ਕਰ ਦੇਵੇ। ਸਰਹੱਦਾਂ ਉੱਤੇ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਨੂੰ ਤੁਸੀਂ ਜਾ ਕੇ ਕੀ ਕਹੋਗੇ ਕਿ ਅੱਜ ਦੀ ਬੈਠਕ ਵਿੱਚੋਂ ਕੀ ਕੁਝ ਲੈ ਕੇ ਆਏ ਹੋ? ਉਹਨਾਂ ਨੂੰ ਦੱਸਾਂਗੇ ਵੀ ਸਰਕਾਰ ਦਾ ਜਿਹੜਾ ਗਲ 'ਚ ਕੀਲਾ ਫਸਿਆ ਸੀ ਨਿਕਲਿਆ। ਕੋਈ ਗੱਲ ਨਹੀਂ, ਵੀ ਹੋਰ ਤਕੜੇ ਹੋ, ਹੌਸਲੇ ਰੱਖੋ, ਆਪਾਂ ਹਰ ਹਾਲਤ ਜਿੱਤ ਕੇ ਘਰ ਨੂੰ ਜਾਵਾਂਗੇ। 9 ਤਰੀਕ ਹੋਊ, 19 ਹੋ ਜੂ, 29 ਹੋ ਜੂ, ਜਦ ਮਰਜ਼ੀ ਜਾਵਾਂਗੇ ਜਿੱਤ ਕੇ। ਸਰਕਾਰ ਦੇ ਉੱਤੇ ਜਿਵੇਂ ਟਰਾਂਸਪੋਰਟਰਾਂ ਨੇ ਵੀ ਐਲਾਨ ਕਰਤਾ ਕਿ ਕਿਸਾਨਾਂ ਦੇ ਨਾਲ ਖੜੇ ਹੋਏ ਨੇ, ਉਦੋਂ ਭਾਰਤ ਬੰਦ ਦਾ ਸੱਦਾ, ਟੋਲ ਫ੍ਰੀ ਕਰਨ ਦਾ ਵੀ ਤੁਸੀਂ ਐਲਾਨ ਕੀਤਾ ਹੋਇਆ ਹੈ ਕਿ ਕੇਂਦਰੀ ਮੰਤਰੀ ਇਸ ਨੂੰ ਵੀ ਲੈ ਕੇ ਚਿੰਤਤ ਸੀ ਨਜ਼ਰ ਆਏ, ਗੰਭੀਰ ਨਜ਼ਰ ਆਏ? ਸਰਕਾਰ ਜੇ ਚਿੰਤਤ ਹੋਵੇ ਅਸਲੀ ਮਾਇਨਿਆਂ 'ਚ, ਫਿਰ ਉਹਨੂੰ ਇਹ ਹੱਲ ਬਹੁਤ ਛੇਤੀ ਕਰਨਾ ਚਾਹੀਦਾ ਸੀ। ਅਸਲ ਸਰਕਾਰ ਜਿਹੜੀ ਸਰਕਾਰ ਨਾ ਆਉਂਦੀ, ਮੇਰੇ ਹਿਸਾਬ 'ਚ ਇੱਥੇ ਕੋਈ ਚੀਜ਼ ਨਹੀਂ। ਇਹ ਹੁਣ ਤੇ ਇਹਨਾਂ ਨੇ ਗਰੀਬਾਂ ਦਾ ਤਾਂ ਪੱਖ ਪੂਰਿਆ ਹੀ ਨਹੀਂ। ਕਾਰਪੋਰੇਟ ਘਰਾਣਿਆਂ ਦੇ ਉਹਨਾਂ ਨੂੰ ਇਹ ਫਾਇਦਾ ਦਿੰਦੀ ਰਹੀ, ਰਾਇਤਾਂ ਦਿੰਦੀ ਆ। ਹੁਣ ਵੀ ਉਹਨਾਂ ਤੇ ਕੋਈ ਟੈਕਸ ਨਹੀਂ। ਜਿਹੜਾ ਗਰੀਬ ਆਦਮੀ ਕੋਈ ਮਾੜਾ ਮੋਟਾ ਬਿਜ਼ਨਸ ਕਰਦਾ ਉਹਨੂੰ ਟੈਕਸ ਦੇਣਾ ਪੈਂਦਾ। ਦੇਣਾ ਤਾਂ ਇਹ ਚਾਹੀਦਾ ਵੀ ਜਿਹੜਾ ਗਰੀਬ ਆ ਮਦਦ ਉਹਦੀ ਕਰਨੀ ਚਾਹੀਦੀ ਆ। ਸਰਕਾਰ ਕਰਦੀ ਆ ਬੜੇ ਕਾਰਪੋਰੇਟ ਘਰਾਣਿਆਂ ਦਾ। ਇਹ ਹੁਣ ਇਤਿਹਾਸ ਬਦਲੂਗਾ। ਸਰਕਾਰ ਨੂੰ ਜਿਹੜੇ ਛੋਟੇ ਲੋਕ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਕੁਰਸੀਆਂ ਤੇ ਬਿਠਾਇਆ, ਉਹਨਾਂ ਦੀ ਕਰਨੀ ਪਊਗੀ। ਇਹ ਜਿਹੜੇ ਚੰਦ ਘਰਾਣੇ ਨੇ, ਕਾਰਪੋਰੇਟ ਘਰਾਣੇ, ਜਿਨ੍ਹਾਂ ਨਾਲ ਮਿਲੀ ਭੁਗਤ ਕਰਕੇ ਆਪ ਜਹਾਜ਼ਾਂ ਚੜੇ ਫਿਰਦੇ ਨੇ, ਵਧੀਆ ਸੂਟ ਪਾਉਂਦੇ ਨੇ 20-20, 10-10 ਲੱਖ ਦੇ, ਉਹ ਅਸਲ 'ਚ ਇਹਨਾਂ ਦੇ ਹੁਣ ਬੰਦ ਹੋਣਗੇ। ਆਮ ਲੋਕਾਂ ਦੀ ਸਾਫ਼ ਸੁਥਰੀ ਰਾਜਨੀਤੀ ਕਰਨੀ ਪਊਗੀ। ਆਪਾਂ ਜੇ ਗੱਲ ਕਰੀਏ ਪਰਮਿੰਦਰ ਸਿੰਘ ਜੀ, ਮੇਰਾ ਅਖੀਰਲਾ ਸਵਾਲ ਇਹਦੇ ਵਿੱਚੋਂ ਪੰਜਾਬ ਨੇ ਹੁਣ ਤੱਕ ਕੀ ਖੱਟਿਆ ਇਸ ਅੰਦੋਲਨ ਦੇ ਵਿੱਚੋਂ, ਕੀ ਸੋਚਦੇ ਹੋ ਤੁਸੀਂ? ਦੇਖੋ, ਹਜੇ ਖੱਟਣ ਵਾਲੀ ਗੱਲ ਤਾਂ ਹੈ, ਜਿੰਨਾ ਚਿਰ ਕੋਈ ਮਿਲਦਾ ਨਹੀਂ ਅਸੀਂ ਖੱਟਣ ਨੂੰ ਕਹਿ ਨਹੀਂ ਸਕਦੇ। ਇੰਨਾ ਜ਼ਰੂਰ ਖੱਟਿਆ ਵੀ ਅਸੀਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ। ਜਿਹੜੀਆਂ ਪੋਲੀਟੀਕਲ ਪਾਰਟੀਆਂ ਅੱਗੇ ਵੰਡੀਆਂ ਪਾ ਕੇ ਪਿੰਡਾਂ 'ਚ ਦੂਏ ਨਾਲ ਲੜਾਉਂਦੇ ਸੀ, ਉਹ ਬਿਲਕੁਲ ਬੰਦ ਹੋ ਗਿਆ। ਭਾਈਚਾਰਾ ਸਾਡਾ ਇੰਨਾ ਤਕੜਾ ਹੋ ਗਿਆ। ਜਿੰਨੇ ਬੰਦੇ ਦਿੱਲੀ ਆਏ ਹੋਏ ਨੇ, ਦੂਜੇ ਭਰਾ ਜਿਹੜੇ ਪਿੰਡ ਨੇ ਉਹਨਾਂ ਦਾ ਕੰਮ ਵੀ ਕਰਦੇ ਨੇ, ਸਾਰਾ ਕਾਰੋਬਾਰ ਸਾਂਭਦੇ ਨੇ, ਹਮਦਰਦੀ ਬਹੁਤ ਵੱਧ ਗਈ ਆਪਸ 'ਚ। ਸੋ ਗੱਲਬਾਤ ਕਰਨ ਲਈ ਸ਼ੁਕਰੀਆ ਪਰਮਿੰਦਰ ਸਿੰਘ ਜੀ।
ਸੋ ਹੋਰ ਵੀ ਕਿਸਾਨ ਜਿਹੜੇ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਲਗਾਤਾਰ ਜਿਹੜੇ ਗੱਲਬਾਤ ਦਾ ਸਿਲਸਿਲਾ ਜਾਰੀ ਹੈਗਾ। ਸਰ ਕੀ ਅੱਜ ਕਿਹੜੇ ਮੁੱਦਿਆਂ ਤੇ ਫੈਸਲੇ ਹੋਏ ਤੇ ਕੀ ਗੱਲਾਂ ਹੋਈਆਂ ਜੀ ਅੰਦਰ? ਦੇਖੋ ਅੱਜ ਜਦੋਂ ਗਏ ਅਸੀਂ ਕਿਸਾਨ ਸਰਕਾਰ ਨਾਲ ਗੱਲ ਕਰਨ ਲੱਗੇ, ਸਰਕਾਰ ਉਹੀ ਪੁਰਾਣੀਆਂ ਗੱਲਾਂ ਤੇ ਆ ਗਈ ਵੀ ਆਪਾਂ ਜਿਹੜੇ ਕਾਨੂੰਨ ਨੇ ਕਾਨੂੰਨ ਦੇ ਵਿੱਚ ਸੰਸ਼ੋਧਨ ਕਰਨ ਲਈ ਉਹਨਾਂ ਦੇ ਵਿੱਚ ਜਿਹੜੀਆਂ ਘਾਟਾਂ ਕਮਜ਼ੋਰੀਆਂ ਕਿਸਾਨਾਂ ਨੇ ਦੱਸੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਉਹਦੇ ਉੱਤੇ ਗੱਲ ਕਰੀਏ ਤਾਂ ਕਿ ਸਰਕਾਰ ਕੋਲੇ ਉਹ ਪ੍ਰਪੋਜ਼ਲ ਆ ਜਾਏ। ਸਰਕਾਰ ਤੁਹਾਨੂੰ ਬਤਾ ਦੂ ਵੀ ਅਸੀਂ ਇਹਨਾਂ ਨੂੰ ਬਦਲ ਕਿੱਥੋਂ ਸੋਧ ਕਰਨੀ ਚਾਹੁੰਦੇ ਆ। ਅਸੀਂ ਕਹਿ ਦਿੱਤਾ ਵੀ ਇਹ ਤੁਹਾਨੂੰ ਸਾਫ਼ ਪਿਛਲੀ ਮੀਟਿੰਗ 'ਚ ਕਹਿਤਾ ਸੀ, ਅੱਜ ਵੀ ਕਹਿਦੇ ਆ ਅਸੀਂ ਕਾਨੂੰਨਾਂ ਸੋਧ ਨਹੀਂ ਕਰਨੀ, ਕਾਨੂੰਨ ਰੱਦ ਕਰਾਉਣੇ ਆ। ਇਸ ਗੱਲ ਤੇ ਬਾਰ-ਬਾਰ ਸਰਕਾਰ ਚਾਹੁੰਦੀ ਸੀ ਗੱਲ ਤੁਰੇ। ਅਸੀਂ ਕਿਹਾ ਵੀ ਇਦੋਂ ਘੱਟ ਗੱਲ ਨਹੀਂ ਤੁਰੂਗੀ, ਪਹਿਲਾਂ ਰੱਦ ਕਰਨ ਦੀ ਤੁਸੀਂ ਗੱਲ ਕਰੋ। ਜਦੋਂ ਉਹ ਗੱਲ ਨੂੰ ਦੁਬਾਰਾ ਤੋੜਦੇ ਤੇ ਕਿਸਾਨਾਂ ਨੇ ਫੈਸਲਾ ਕਰ ਲਿਆ ਵੀ ਅਸੀਂ ਬਿਲਕੁਲ ਚੁੱਪ ਰਹਾਂਗੇ, ਆਪਣੇ ਕੰਨਿਓ ਕੁਝ ਨਹੀਂ ਕਹਾਂਗੇ, ਤੁਸੀਂ ਜੋ ਮਰਜ਼ੀ ਕਹੀ ਜਾਓ। ਅਸੀਂ ਆਪਣੇ ਟੇਬਲਾਂ ਤੋਂ ਆਪਣੇ ਮਾਈਕਾਂ ਤੋਂ ਪਸਾਂ 2-2 ਫੁੱਟ ਕੁਰਸੀਆਂ ਹਟਾ ਕੇ ਬਹਿ ਗਏ, ਅੱਧਾ ਘੰਟਾ ਬੈਠੇ ਰਹੇ ਤੇ ਸਰਕਾਰ ਕੱਲ ਦੀ ਕਿਸੇ ਨੇ ਗੱਲ ਨਹੀਂ ਕੀਤੀ। ਉਸ ਤੋਂ ਬਾਅਦ ਮੰਤਰੀ ਇਹ ਕਹਿ ਕੇ ਬਾਹਰ ਚਲੇ ਗਏ ਵੀ ਅਸੀਂ ਰਾਏ ਕਰਦੇ ਹਾਂ, ਰਾਏ ਕਰਕੇ ਆਉਨੇ ਆ। ਉਹ 40 ਮਿੰਟ ਬਾਅਦ ਜਦੋਂ ਆਏ ਅਸੀਂ ਉਹਨਾਂ ਦੇ ਆ ਕੇ ਸਾਹਮਣੇ ਲਿਖ ਕੇ ਸਾਰਿਆਂ ਨੇ ਕਰ ਦਿੱਤਾ ਜੈਸ ਔਰ ਨੋ, ਕਾਨੂੰਨ ਨੂੰ ਰੱਦ ਕਰਨ ਲਈ ਹਾਂ ਜਾਂ ਨਾ ਕਰੋ। ਤੇ ਆ ਕੇ ਉਹ ਸੋਚ ਕੇ ਕਾਫੀ ਚਿਰ ਉਹ ਇੱਕ ਗੱਲ ਕਹਿ ਗਏ ਵੀ ਅੰਦਰ ਵੀ ਤੁਸੀਂ ਧਰਨੇ ਚੋਂ ਬਾਹਰ ਵੀ ਧਰਨੇ ਚੋਂ ਹੱਸ ਕੇ ਕਹਿਣ ਲੱਗੇ। ਇਸ ਲਈ ਮੈਂ ਜੋ ਕਾਨੂੰਨ ਰੱਦ ਕਰਨੇ ਆ ਉਹ ਮੈਂ ਇਕੱਲਾ ਨਹੀਂ ਕਰ ਸਕਦਾ। ਰੱਦ ਕਰਨ ਲਈ ਮੈਨੂੰ ਆਪਦੇ ਮੰਤਰਾਲੇ ਨਾਲ ਦੂਸਰੇ ਮੰਤਰਾਲਿਆਂ ਨਾਲ ਸੰਬੰਧਿਤ ਨਾਲ ਸੀਨੀਅਰ ਕੈਬਨਿਟ ਦੇ ਮੰਤਰੀਆਂ ਨਾਲ ਗੱਲ ਕਰਨੀ ਪਊ। ਉਹਦੇ ਲਈ ਮੈਨੂੰ ਸਮਾਂ ਚਾਹੀਦਾ। ਇਸ ਲਈ ਅਸੀਂ ਕਿਹਾ ਵੀ ਸਮਾਂ ਚਾਹੀਦਾ, ਠੀਕ ਹੈ। ਉਹ 8 ਤਰੀਕ ਨੂੰ ਮੀਟਿੰਗ ਕਰਨੀ ਚਾਹੁੰਦੇ ਤੇ ਅਸੀਂ ਕਿਹਾ 8 ਨੂੰ ਸਾਡਾ ਭਾਰਤ ਬੰਦ ਹੈ, ਭਾਰਤ ਬੰਦ ਦੇ ਵਿੱਚ ਦੌਰਾਨ ਨਹੀਂ ਮੀਟਿੰਗ ਹੋਊਗੀ। ਉਹਨਾਂ ਨੇ 9 ਤਰੀਕ ਲਈ ਆ, ਅਸੀਂ ਕਿਹਾ ਵੀ 9 ਤਰੀਕ ਨੂੰ ਮੀਟਿੰਗ ਕਰਾਂਗੇ। ਇੱਕ ਗੱਲ ਸ਼ਰਤ ਦੇ ਉੱਤੇ, ਜੋ ਤੁਸੀਂ ਵਿਚਾਰੋਗੇ ਉਹਦੀ ਪ੍ਰਪੋਜ਼ਲ ਕਿਸਾਨਾਂ ਨੂੰ ਦੇਣੀ ਪਊਗੀ। ਜੇ ਤੁਸੀਂ ਐਵੇਂ ਜੁਕੀ ਬਿਠਾ ਕੇ ਆ ਕੇ ਆਹੀ ਗੱਲਾਂ ਕਰਨੀਆਂ ਫਿਰ ਅਸੀਂ ਮੀਟਿੰਗ ਨਹੀਂ ਕਰਾਂਗੇ। ਮੇਜਰ ਸਿੰਘ ਜੀ, ਸੋਮ ਪ੍ਰਕਾਸ਼ ਪੰਜਾਬ ਤੋਂ ਰਾਜ ਮੰਤਰੀ ਹੈਗੇ ਨੇ ਇੱਥੇ, ਤੇ ਸੋਮ ਪ੍ਰਕਾਸ਼ ਨਾਲ ਵੀ ਤੁਹਾਡੀ ਕੋਈ ਗੱਲਬਾਤ ਹੋਈ? ਸੋਮ ਪ੍ਰਕਾਸ਼ ਜੀ ਵਿੱਚ ਬੈਠੇ ਸੀ, ਉਹਨਾਂ ਨੇ ਕਿਸਾਨਾਂ ਨੂੰ ਵੀ ਬਹੁਤ ਬੇਨਤੀ ਕੀਤੀ, ਆਪਾਂ ਨਵੇੜੀ। ਅਸੀਂ ਉਹਨਾਂ ਨੂੰ ਵੀ ਕਿਹਾ ਤੁਸੀਂ ਪੰਜਾਬ ਦੇ ਹੋ, ਤੁਹਾਨੂੰ ਪੰਜਾਬ ਦੇ ਹਿੱਤ ਅੱਗੇ ਰੱਖਣੇ ਚਾਹੀਦੇ ਨੇ। ਤਾਂ ਪੰਜਾਬ ਸਾਰਾ ਦੇਖਦਾ ਵੀ ਤੁਸੀਂ ਸਾਡੇ ਨੁਮਾਇੰਦੇ ਹੋ ਵਿੱਚ, ਅਸੀਂ ਤੁਹਾਨੂੰ ਵੋਟਾਂ ਪਾ ਕੇ ਭੇਜਿਆ। ਇਸ ਲਈ ਤੁਹਾਨੂੰ ਸਖਤ ਸਟੈਂਡ ਲੈਣਾ ਚਾਹੀਦਾ ਸਰਕਾਰ ਨੂੰ ਵੀ ਇਹਨਾਂ ਨੂੰ ਰੱਦ ਕਰੋ। ਤੁਹਾਨੂੰ ਆਪਣਾ ਸਟੈਂਡ ਲੈਣਾ ਚਾਹੀਦਾ ਅੰਦਰ ਕੈਬਨਿਟ। ਸੋਮ ਪ੍ਰਕਾਸ਼ ਦਾ ਫਿਰ ਕੀ ਰਵੱਈਆ ਅੱਗੋਂ ਨਜ਼ਰ ਆਇਆ? ਮਤਲਬ ਕਹਿਣ ਲੱਗਾ ਵੀ ਮੈਂ ਤੇ ਕਰ ਦਾਂਗਾ, ਕੋਸ਼ਿਸ਼ ਕਰਦਾ, ਤੇ ਉਦੋਂ ਬਾਅਦ ਫਿਰ ਵੀ ਸਰਕਾਰ ਦੇ ਉਹ ਅਧੀਨ ਹੁੰਦੇ ਆ। ਅਗਰ ਇਸ ਗੱਲ ਦੇ ਉੱਤੇ ਉਹ ਹੱਸ ਕੇ ਚਲੇ ਗਏ ਜਦੋਂ ਬਾਰ-ਬਾਰ। ਸੋਮ ਪ੍ਰਕਾਸ਼ ਜਿਵੇਂ ਪੰਜਾਬ ਤੋਂ ਹੈਗੇ ਨੇ, ਕੀ ਕਹੀ ਕਦੇ ਵੀ ਉਹਨਾਂ ਦੇ ਮੂੰਹ ਚੋਂ ਇਹ ਗੱਲ ਨਿਕਲੀ ਕਿ ਹਾਂਜੀ ਕਿਸਾਨਾਂ ਦੀ ਮੰਗ ਜਾਇਜ਼ ਹੈ? ਨਹੀਂ, ਦੇਖੋ ਸਾਡੇ ਸਾਹਮਣੇ ਤਾਂ ਨਹੀਂ ਨਿਕਲੀ, ਅੰਦਰ ਨਿਕਲੀ ਹੋਵੇ ਵੱਖਰੀ ਗੱਲ ਆ। ਉਹ ਇਹ ਕਹਿੰਦਾ ਰਿਹਾ ਮੈਂ ਪੰਜਾਬ ਦਾ ਨੁਮਾਇੰਦਾ, ਮੈਂ ਪੰਜਾਬ ਦਾ ਭਲਾ ਚਾਹੁੰਦਾ। ਉਹ ਇੰਨੀ ਕੀ ਗੱਲ ਕਹਿੰਦੇ ਤੇ ਕਾਨੂੰਨ ਜਾਇਜ਼ ਨੇ, ਰੱਦ ਕਰਨੇ ਕਰੋ। ਇਹ ਤੇ ਸਾਡੇ ਸਾਹਮਣੇ ਨਹੀਂ ਕਿਹਾ, ਅੰਦਰ ਵੀ ਉਹਨੇ ਕੀ ਕਿਹਾ ਹੋਣਾ ਹੈਗਾ। ਜੀ ਹਾਂ। ਸੋ ਤੁਸੀਂ ਮੇਜਰ ਸਿੰਘ ਜੀ ਦੀ ਗੱਲਬਾਤ ਸੁਣੀ ਹੈਗੀ ਹੈ। ਉਹਨਾਂ ਦਾ ਕਹਿਣਾ ਹੈ ਕਿ ਅੰਦਰ ਸੋਮ ਪ੍ਰਕਾਸ਼ ਹੋਰਾਂ ਨੇ ਉਹਨਾਂ ਦੇ ਸਾਹਮਣੇ ਤਾਂ ਨਹੀਂ ਕਿਹਾ ਹੈਗਾ ਕਿ ਕਾਨੂੰਨ ਜਿਹੜੇ ਹੈਗੇ ਨੇ ਉਹ ਰੱਦ ਕਰਨੇ ਚਾਹੀਦੇ ਨੇ, ਕਿਸਾਨਾਂ ਦੀ ਮੰਗ ਜਾਇਜ਼ ਹੈ, ਪਰ ਅੰਦਰ ਖਾਤੇ ਉਹ ਮਹਿਸੂਸ ਕਰਦੇ ਨੇਗੇ, ਪਰ ਹਾਲੇ ਤੱਕ ਖੁੱਲ੍ਹ ਕੇ ਸਾਹਮਣੇ ਨਹੀਂ ਆਏ ਹੈਗੇ। ਜਿਹੜੇ ਹੋਰ ਕਿਸਾਨ ਆਗੂ ਨੇ ਉਹਨਾਂ ਨਾਲ ਵੀ ਜਿਹੜੀ ਗੱਲਾਂ ਬਾਤਾਂ ਹੈਗੀਆਂ ਨੇ ਉਹ ਜਾਰੀ ਰਹਿਣਗੀਆਂ ਸਾਡੀਆਂ। ਹਾਂਜੀ, ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ 9 ਦਸੰਬਰ ਨੂੰ ਕੀ ਮੀਟਿੰਗ ਦੁਆਰਾ ਤੁਹਾਡੇ ਨੂੰ ਲੱਗਦਾ ਕਿ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ? ਦੇਖੋ, ਜਿਹੜੀ ਮੀਟਿੰਗ ਕਰਨ ਦਾ ਸਵਾਲ ਤਾਂ ਇਸ ਇਸ਼ੂ ਦੇ ਉੱਤੇ ਹੁੰਦਾ ਨਹੀਂ। ਸੰਘਰਸ਼ ਦੇ ਵਿੱਚ ਬਾਰ-ਬਾਰ ਮੀਟਿੰਗ 'ਚ ਬੈਠਣਾ ਪੈਂਦਾ ਕਿਉਂਕਿ ਸੰਘਰਸ਼ ਦਾ ਇਹਦਾ ਇੱਕ ਰਵਾਇਤ ਹੈ। ਸੰਘਰਸ਼ ਦੇ ਵਿੱਚ ਭਾਵੇਂ ਕੁਝ ਨਿਕਲੇ ਭਾਵੇਂ ਨਾ ਨਿਕਲੇ, ਉਹਦੇ ਵਿੱਚ ਕਿਉਂਕਿ ਸਰਕਾਰ ਨੂੰ ਇਹ ਨਾ ਕਹਿਣਾ ਪਵੇ ਵੀ ਅਸੀਂ ਤਾਂ ਬਾਰ-ਬਾਰ ਗੱਲ ਵਾਸਤੇ ਬੈਠਦੇ ਹਾਂ, ਸਾਡੇ ਨਾਲ ਗੱਲ ਕਰਨੀ ਆਉਂਦੇ। ਇਹ ਸਾਨੂੰ ਪਤਾ ਹੁੰਦਾ, ਪਹਿਲਾਂ ਸਾਨੂੰ ਬਾਹਰ ਦੱਸ ਕੇ ਜਾਂਦੇ, ਅੱਜ ਵੀ ਦੱਸਿਆ ਸੀ ਵੀ ਕੁਝ ਨਹੀਂ ਨਿਕਲਣਾ ਮੀਟਿੰਗ ਦੇ ਵਿੱਚੋਂ। ਇਸ ਕਰਕੇ ਸਰਕਾਰ ਨੂੰ ਥੱਲੇ ਰੱਖਣ ਦੀ ਖਾਤਰ ਅਸੀਂ ਆਪਦਾ ਸਮਾਂ ਬਰਬਾਦ ਕਰ ਰਹੇ ਹਾਂ। ਅਸੀਂ ਬਾਰ-ਬਾਰ ਆ ਰਹੇ ਹਾਂ, ਸਰਕਾਰ ਕੁਝ ਦੇਣ ਨੂੰ ਤਿਆਰ ਨਹੀਂ। ਸਾਨੂੰ ਅੱਜ ਇਹ ਲਿਖਣਾ ਪੈ ਗਿਆ ਵੀ ਯੈਸ ਜਾਂ ਨੋ। ਯੈਸ ਜਾਂ ਨੋ ਦਾ ਸਵਾਲ ਸਰਕਾਰ ਕੋਲ ਕੋਈ ਜਵਾਬ ਨਹੀਂ। ਇੱਕ ਸਾਡਾ ਰੋਸ ਪ੍ਰਦਰਸ਼ਨ ਦਾਇਰ ਹੋ ਗਿਆ ਕਿ ਅਸੀਂ ਪੌਣਾ ਘੰਟਾ ਅੱਧਾ ਘੰਟਾ ਹਾਲ ਦੇ ਵਿੱਚ ਉਹਨਾਂ ਨਾਲ ਕੋਈ ਗੱਲ ਨਹੀਂ ਕੀਤੀ ਵੀ ਤੁਸੀਂ ਜੋ ਮਰਜ਼ੀ ਬੋਲੀ ਜਾਓ, ਅਸੀਂ ਜਵਾਬ ਨਹੀਂ ਦੇਣਾ। ਇਹ ਪ੍ਰਦਰਸ਼ਨ ਤੋਂ ਬਾਅਦ ਇਹਨੇ ਮਜਬੂਰ ਕੀਤਾ ਮੰਤਰੀ ਨੂੰ ਉੱਠ ਕੇ ਜਾ ਕੇ ਉਹਨਾਂ ਨੂੰ ਆਪਦੇ ਮੰਤਰੀਆਂ ਨਾਲ ਰਾਏ ਕਰਨੀ ਪਈ ਤੇ ਬਾਅਦ ਚ ਕਹਿਣਾ ਪਿਆ ਵੀ ਇਹ ਕਾਨੂੰਨ ਵਾਪਸ ਕਰਾਉਣ ਵਾਸਤੇ ਸਾਨੂੰ ਆਪਦੇ ਮੰਤਰੀਆਂ ਨਾਲ ਰਾਏ ਕਰਨੀ ਪੈਣੀ ਹੈ। ਉਹ ਰਾਏ ਕਰਕੇ ਅਸੀਂ ਕੋਈ ਫੈਸਲੇ ਤੇ ਜਾ ਸਕਦੇ ਆ। ਇਹਦਾ ਮਤਲਬ ਗੱਲ ਉਧਰ ਤੋਂ ਉਗਰਾਹਾਂ ਸਾਹਿਬ ਮੀਟਿੰਗਾਂ ਤੇ ਮੀਟਿੰਗਾਂ ਹੋਈ ਜਾ ਰਹੀਆਂ ਨੇ। ਹੁਣ ਤਾਂ ਲੋਕ ਵੀ ਇਹ ਜਾਣਨਾ ਚਾਹੁੰਦੇ ਨੇ ਕਿ ਆਖਰੀ ਮੀਟਿੰਗ ਕਿਹੜੀ ਹੋਏਗੀ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨਾਂ ਦੀ, ਜਿਸ ਦਾ ਸਿੱਟਾ ਨਿਕਲੂਗਾ, ਜਾਂ ਕਿਸਾਨ ਇਹ ਕਹਿਣਗੇ ਕਿ ਅਸੀਂ ਹੁਣ ਮੀਟਿੰਗਾਂ ਨਹੀਂ ਕਰਾਂਗੇ, ਤੁਹਾਨੂੰ ਖੁਦ ਉੱਥੇ ਚੱਲ ਕੇ ਆਉਣਾ ਪੈਣਾ ਹੈ। ਆਖਰੀ ਮੀਟਿੰਗ ਅਸੀਂ ਨਹੀਂ ਕਰਾਂਗੇ ਕਿ ਇਹ ਉੱਥੇ ਚੱਲ ਕੇ ਆਉਣ। ਇਹ ਮੈਨੂੰ ਲੱਗਦਾ ਵੀ ਅਸੀਂ ਜਥੇਬੰਦੀਆਂ 'ਚ ਸਾਡੇ ਸੋਚਣ ਵਾਲਾ ਮਸਲਾ ਹੈਗਾ ਵਾ। ਅਸੀਂ ਇਹਨੂੰ ਵਿਚਾਰਾਂਗੇ ਕਿ ਇਹ ਕੰਡੀਸ਼ਨ ਰੱਖੀਏ ਕਿ ਨਾ ਰੱਖੀਏ। ਤੁਸੀਂ ਮੀਡੀਆ ਵਾਲਿਓ ਸਾਰਾ ਦਿਨ ਸਾਡੇ ਨਾਲ ਰਹਿੰਦੇ ਹੋ। ਕੋਈ ਮੰਤਰੀ ਸਾਡੇ ਪੰਡਾਲ ਦੇ ਵਿੱਚ ਚਲਾ ਜਾਵੇ, ਉਹਦੀ ਅਸੀਂ ਸੁਰੱਖਿਆ ਕਰ ਸਕਦੇ ਹੋਈਏ। ਲੋਕਾਂ ਦੀਆਂ ਭਾਵਨਾਵਾਂ ਨੂੰ ਕੋਈ ਭੜਕਾ ਦੇਵੇ, ਜਾ ਕੇ ਉੱਥੇ ਕੋਈ ਗੜਬੜ ਹੋ ਜੇ, ਉੱਥੇ ਜ਼ਿਆਦਾ ਜਾਨੀ ਹਾਲਤ ਸਾਂਭੀ ਨਹੀਂ ਜਾਣੀ ਖਤਰਨਾਕ ਹੈ। ਇਸ ਮੁੱਦੇ ਉੱਤੇ ਵੀ ਅੰਦਰ ਗੱਲਬਾਤ ਹੋਈ?
ਇਸ ਮੁੱਦੇ ਤੇ ਨਹੀਂ ਗੱਲਬਾਤ, ਇਸ ਮੁੱਦੇ ਤੇ ਗੱਲਬਾਤ ਕਾਹਦੀ ਹੋਣੀ ਹੈ, ਕਿਉਂਕਿ ਸਾਡੀਆਂ ਜਿਹੜੀਆਂ ਫੋਰਸਾਂ ਨੇ ਸਾਡੇ ਡਿਸਪਲਿਨ 'ਚ ਨੇ। ਮੇਰਾ ਆਖਰੀ ਸਵਾਲ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਹੁਣ ਮਸਲਾ ਜ਼ਿਆਦਾ ਲੰਮਾ ਚੱਲੂਗਾ ਜਾਂ ਪਰਸੋਂ ਦੀ ਮੀਟਿੰਗ 'ਚ ਹੱਲ ਹੋ ਜਾਊਗਾ? ਦੇਖੋ, ਨਹੀਂ ਕਹਿ ਸਕਦੇ ਪਰਸੋਂ ਦੀ ਮੀਟਿੰਗ 'ਚ ਹੱਲ ਹੋਣ ਵਾਲਾ ਨਹੀਂ ਹੈ, ਕਿਉਂਕਿ ਜਦੋਂ ਇਹਨਾਂ ਨੇ ਪ੍ਰਪੋਜ਼ਲਾਂ ਲਿਆਉਣੀਆਂ ਨੇ ਉਹਦੇ ਵਿੱਚ ਵੀ ਕੋਈ ਨਾ ਕੋਈ ਕਮੀ ਹੋ ਸਕਦੀ ਹੈ। ਜਿਹੜੀ ਇਹ ਫਰਜ਼ ਕਰ ਲਓ ਕਾਨੂੰਨ ਵਾਪਸੀ ਵਾਲੀ ਪ੍ਰਪੋਜ਼ਲ ਲੈ ਕੇ ਆ ਜਾਣਾ, ਫਰਜ਼ ਕਰ ਲਓ ਇਹੀ ਜੀ ਗੱਲ ਲੈ ਕੇ ਆ ਜਾਣ ਵੀ ਯਾਰ ਤੁਹਾਡੇ ਸੂਬੇ ਦੇ ਵਿੱਚ ਨਹੀਂ ਇਹ ਕਾਨੂੰਨ ਲਾਗੂ ਹੁੰਦੇ, ਜਾਂ ਇਹ ਕਹਿ ਦੇਣ ਵੀ ਸਟੇਟ ਗਵਰਨਮੈਂਟ ਨੂੰ ਇਖਤਿਆਰ ਦੇ ਦਿੰਦੇ ਆ ਵੀ ਲਾਗੂ ਕਰੋ ਭਾਵੇਂ ਨਾ ਕਰੋ, ਫਿਰ ਵੀ ਜਿਹੜੀ ਵਿਚਾਰਨ ਵਾਲਾ ਮਸਲਾ ਹੈ, ਜਿਹੜੀ 9 ਤਰੀਕ ਦੀ ਮੀਟਿੰਗ ਦੇ ਵਿੱਚ ਫੈਸਲਾ ਹੋਣ ਵਾਲਾ ਨਹੀਂ। ਭਾਰਤ ਦੇ ਪ੍ਰਧਾਨ ਮੰਤਰੀ ਨੇ ਕੱਲ ਮਨ ਕੀ ਬਾਤ ਕਰਨੀ ਹੈ 11 ਵਜੇ, ਉਸ ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਮਨ ਕੀ ਬਾਤ ਆਪਣੇ ਮਨ ਕੀ ਬਾਤ ਕਰੇਗਾ ਨਾ, ਸਾਡੇ ਮਨ ਦੀ ਗੱਲ ਤਾਂ ਨਹੀਂ ਕਰਦਾ ਉਹ, ਆਪਦੇ ਮਨ ਦੀਆਂ ਗੱਲਾਂ ਕਰ ਲਵੇ, ਜਿਹਦੇ ਨਾਲ ਮਰਜ਼ੀ ਕਰ ਲਵੇ। ਹਮਾਰਾ ਡਿਜੀਟਲ ਇੰਡੀਆ, ਫਲਾਣਾ ਇੰਡੀਆ, ਭਾਰਤ ਮਹਾਨ ਇੱਕ ਸ਼ਕਤੀ ਹੈ, ਇੰਨੀਆਂ ਜਿਹੀਆਂ ਗੱਲਾਂ ਕਰੂਗਾ। ਮਹਾਨ ਸ਼ਕਤੀ ਕਿੱਥੇ, ਉਹ ਮਨ ਕੀ ਬਾਤ 'ਚ ਇਹ ਥੋੜ੍ਹੀ ਕਰੂਗਾ ਵੀ ਦਿੱਲੀ ਦੇ ਵਿੱਚ ਲੱਖਾਂ ਲੋਕ ਸੜਕ ਤੇ ਸੁੱਤੇ ਪਏ ਨੇ, ਉਹਨਾਂ ਦੀ ਮਨ ਕੀ ਬਾਤ ਨਹੀਂ ਕਰਦਾ ਉਹ ਤਾਂ ਆਪਣੇ ਮਨ ਕੀ ਬਾਤ ਕਰੂਗਾ, ਅਡਾਨੀਆਂ ਅਵਾਨੀਆਂ ਦੇ ਮਨ ਕੀ ਬਾਤ ਕਰੂਗਾ, ਉਹਨਾਂ ਨੂੰ ਮੁਨਾਫੇ ਦੇਣ ਦੀ ਮਨ ਕੀ ਬਾਤ ਕਰੂਗਾ। ਸਾਡੀ ਗੱਲ ਕਿੱਥੇ ਕਰਨੀ ਹੈ ਭਰਾਵਾ? ਉਗਰਾਹਾਂ ਸਾਹਿਬ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨੀ। ਸੋ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈਗਾ ਕਿ ਪ੍ਰਧਾਨ ਮੰਤਰੀ ਬੇਸ਼ੱਕ ਮਨ ਕੀ ਬਾਤ ਕਰਦੇ ਨੇ ਪਰ ਆਪਣੀ ਮਨ ਕੀ ਬਾਤ ਕਰਦੇ ਨੇ, ਕਾਰਪੋਰੇਟਾਂ ਨੂੰ ਕਿਵੇਂ ਫਾਇਦਾ ਪਹੁੰਚਾਉਣਾ ਹੈ ਉਸ ਦੀ ਮਨ ਦੀ ਗੱਲ ਕਰਦੇ ਨੇ, ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਮਸਲੇ ਜਿਹੜੇ ਹੈਗੇ ਨੇ ਕਿਸਾਨਾਂ ਦੇ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਕਿਸਾਨ ਕਹਿੰਦੇ ਨੇ ਕਿ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਤਿੰਨੇ ਖੇਤੀ ਕਾਨੂੰਨ ਰੱਦ ਹੋਣੇ ਚਾਹੀਦੇ ਨੇ। ਅੱਜ ਯੈਸ ਔਰ ਨੋ ਦੇ ਉੱਤੇ ਗੱਲਬਾਤ ਹੋਈ ਲੇਕਿਨ ਗੱਲ ਸਿੱਟੇ ਨਹੀਂ ਲੱਗੀ, ਇਸ ਕਰਕੇ ਹੁਣ 9 ਦਸੰਬਰ ਨੂੰ ਦੁਬਾਰਾ ਬੈਠਕ ਹੋਏਗੀ। ਉਗਰਾਹਾਂ ਸਾਹਿਬ ਨੇ ਇੱਕ ਵੱਡੀ ਗੱਲ ਇਹ ਆਖੀ ਹੈ ਕਿ ਜਿਹੜੀ ਆਖਰੀ ਬੈਠਕ ਕਿਹੜੀ ਹੋਏਗੀ ਉਸ ਉੱਤੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਅਸੀਂ ਫੈਸਲਾ ਕਰਾਂਗੇ ਕਿ ਅਸੀਂ ਕਦੋਂ ਸਰਕਾਰ ਨੂੰ ਕਹਿਣਾ ਕਿ ਹੁਣ ਅਸੀਂ ਇੱਥੇ ਵਿਗਿਆਨ ਭਵਨ ਨਹੀਂ ਆਵਾਂਗੇ, ਹੁਣ ਜਿੱਥੇ ਅਸੀਂ ਸੱਦਾਂਗੇ ਉੱਥੇ ਤੁਹਾਨੂੰ ਆਉਣਾ ਪੈਣਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਬਣਦੇ ਜਾ ਰਹੇ ਨੇ ਕਿ ਮੀਟਿੰਗਾਂ ਦੇ ਉੱਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਪਰ ਹਰ ਮੀਟਿੰਗ ਬੇਸਿੱਟਾ ਰਹਿ ਰਹੀ ਹੈ। ਲੋਕ ਵੀ ਦਿੱਲੀ ਦੇ ਕਈ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਦਿੱਲੀ ਦੀ ਘੇਰਾਬੰਦੀ ਹੋਈ ਹੈ। ਕਿਸਾਨ ਵੀ ਲਗਾਤਾਰ ਦਿੱਲੀ ਦੀ ਘੇਰਾਬੰਦੀ ਕਰਕੇ ਇੱਥੇ ਬੈਠੇ ਹੋਏ ਨੇ, ਉਹ ਵੀ ਸੋਚਦੇ ਨੇ ਕਿ ਅਸੀਂ ਕਦੋਂ ਘਰਾਂ ਨੂੰ ਪਰਤੀਏ, ਕਿ ਸਰਕਾਰ ਜਿਹੜੀ ਸਾਡੀਆਂ ਮੰਗਾਂ ਹੈਗੀ ਹੈ ਉਹ ਮੰਨੇ। ਸੋ ਹੁਣ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਹੈਗਾ। ਟਰਾਂਸਪੋਰਟਰਾਂ ਨੇ ਪੂਰਾ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਉਹਨਾਂ ਦਾ ਕਹਿਣਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਲਗਭਗ 1 ਕਰੋੜ ਟਰੱਕ ਹੈਗੇ ਨੇ, ਜੇ ਉਹ ਸੜਕਾਂ ਦੇ ਉੱਤੇ ਖੜੇ ਹੋ ਗਏ ਤਾਂ ਸਾਡੀ ਆਰਥਿਕਤਾ ਹੋਰ ਕਮਜ਼ੋਰ ਪੈ ਜਾਏਗੀ। ਰੀੜ੍ਹ ਦੀ ਹੱਡੀ ਕਿਸਾਨੀ ਹੈਗੀ ਹੈ, ਜੇ ਰੀੜ੍ਹ ਦੀ ਹੱਡੀ ਅੱਜ ਨਾਰਾਜ਼ ਹੈਗੀ ਹੈ ਤੇ ਸਰਕਾਰ ਉਸ ਰੀੜ੍ਹ ਦੀ ਹੱਡੀ ਨੂੰ ਤੋੜਨ ਦੀ ਕੋਸ਼ਿਸ਼ ਕਰਦੀ ਹੈ ਤਾਂ ਸਾਡਾ ਦੇਸ਼ ਹੋਰ ਸੰਕਟ ਦੇ ਵਿੱਚ ਪੈ ਸਕਦਾ ਹੈ, ਕਿਉਂਕਿ ਕਰੋਨਾ ਨੇ ਆਰਥਿਕ ਸੱਟ ਵੱਡੀ ਮਾਰੀ ਹੈ ਸਾਡੇ ਦੇਸ਼ ਨੂੰ। ਤੇ ਹੁਣ ਇੱਕ ਵਾਰ ਜਿਹੜਾ ਕਿਸਾਨਾਂ ਦਾ ਅੰਦੋਲਨ ਮੋੜ ਹੋ ਗਿਆ, ਉਸ ਵਿੱਚ ਸਰਕਾਰ ਕਸੂਤੀ ਫਸੀ ਹੋਈ ਹੈ। ਸੋ ਦਿੱਲੀ ਦੇ ਵਿਗਿਆਨ ਭਵਨ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਅਮਨ ਮੋਹਨ ਮੋਹਜਾਲ ਦੀ ਰਿਪੋਰਟ, ਹਮਦਰਦ ਟੀਵੀ।